सत श्री अकाल। दिन शनिवार का बुलेटिन लैके मैं कुलवंत सिंह गिल एक बार फिर हाजिर हो चुका। तुहानूं दस दईए कि खुंड चर्चा प्रोग्राम अज इस करके नहीं दे सकते क्योंकि निरंजन सिंह जी लहल जिहड़े कि सीनियर पत्रकार ने उन्हां दी भैन जी बीमार ने अमृतसर दे विच, उत्थे गए हुए ने। सो असीं ऐतवार नूं जानी कि संडे वाले दिन असीं शो जिहड़ा हैगा जरूर ब्रॉडकास्ट करांगे। सब तो पहलां अज दी पहली खबर वल चलदे हां, वो है ब्यास दी। ब्यास दरिया के कंढे स्थित पिंड घड़कां दे बीआबान शमशान घाट विखे जिथे दिने भी अंध विश्वासां करके पिंड दे वसनीक डरदे मारे जाण तो कंनी कतराउंदे हन, उत्थे पिंड दी अत गरीब ते लोड़वंद औरत सुमनप्रीत कौर अपने 4 फुल्लां वर्गे बच्चों नाल बिना बिजली, कमरा, पानी और 2 वेले की रोटी तो आतर बड़ी मुश्किल नाल दिन कट रही है। जदों 21वीं सदी में इस हालत में रह रही औरत और उसके 4 मासूम बच्चों बारे पत्रकारों को पिंड के लोगों को पता लग गया तो प्रेस क्लब चोला साहब के पत्रकारों की टीम मौके पर वेखण पुजी तो बदनसीब औरत ने रोंदियां करलाउंदियां बड़े भरे मन के विच दस्सिया कि उसका पति मनदीप सिंह जो कि नशियां दा आदी है, रोजाना ही वो उसके बच्चों की नशियां की पूर्ति लिए कुटमार करता है। इसे करके साडे कोलों अजे तक घर का मकान भी नहीं बन सकिया। बेशक हुण बेघर होने करके मैं ते मेरे मासूम बच्चे दर दर दीआं ठोकरां खाण लई मजबूर हैं। पीड़ित परिवार ने दानी सज्जनां कोल मदद की गुहार लगाई है। जे कोई भी तरन तारण खेतर का इत्थे कनेडा, अमेरिका या पूरी दुनिया में रहिंदा है तो वह साडे नंबरां ते संपर्क कर सकता है और साथों इन्हां दा नंबर लै सकता है। पुत्र की नाम तेरा? जासमीन। ते की करदे तुसी? पढ़ना चाहुंदे, पैसे नहीं हैगे। अच्छा, ते पापा तुहाडे की करदे आ? दिहाड़ी ਜਾਂਦਾ। ते घर दा गुजारा किवें ਚੱਲਦਾ? ਮੰਮਾ ਗੋਇਆ ਕਰਦੀ ਹੈ। ਤੇ ਤੁਹਾਡੇ ਘਰ ਰਹਿਣ ਲਈ ਮਕਾਨ ਹੈਗਾ ਬਣਿਆ? ਕਿੱਥੇ ਰਹਿੰਦੇ ਫਿਰ ਤੁਸੀਂ? ਮੜੀਆਂ ਦੇ ਵਿੱਚ ਰਹਿੰਦੇ ਜੇ? ਵੀਰ ਮੇਰਾ ਤੇ ਜੀ ਕਰਦਾ ਇੱਥੇ ਸਾਲ ਮਾਰ ਕੇ ਡੁੱਬ ਜਾਂਦੇ ਨਿਆਣੇ ਲੈ ਕੇ, ਕੋਈ ਨਹੀਂ ਸਰਕਾਰ ਸੁਣਦੀ, ਨਾ ਕੋਈ ਲੀੜੇ ਵੀ ਇੱਥੋਂ ਧੋਈ ਦੇ, ਪਾਣੀ ਧਾਣੀ ਵੀ ਇੱਥੋਂ ਹੀ ਲਈਦਾ ਆ ਸਾਰਾ ਕੁੱਖ। ਕੋਈ ਪਾਣੀ ਵੀ ਨਹੀਂ ਭਰਨ ਦਿੰਦਾ ਘਰਾਂ 'ਚ, ਨਾ ਲੀੜੇ ਧੋਣ ਦਿੰਦਾ ਕੋਈ। ਤੁਹਾਨੂੰ ਜਿਹੜੇ ਸਰਕਾਰ ਵੱਲੋਂ ਕਣਕ ਆਉਂਦੀ ਉਹ ਮਿਲਦੀ ਆ ਜੀ? ਨਹੀਂ ਜੀ, ਉਹ ਵੀ ਨਹੀਂ ਮਿਲਦੀ ਕਣਕ ਵੀ ਹੁਣ। ਤੁਹਾਡੇ ਕਾਰਡ ਬਣੇ ਨਹੀਂ? ਨਹੀਂ ਜੀ, ਮੁੱਲ ਹੀ ਲਿਆਉਂਦੇ ਆਟਾ 100 ਦਾ 50 ਦਾ। ਇਹਨਾਂ ਦਾ ਮਸਲਾ ਇਸ ਤਰ੍ਹਾਂ ਜੀ, ਨਾਲ ਇਹਨਾਂ ਦਾ ਜਿਹੜਾ ਪਿਓ ਆ ਬੱਚਿਆਂ ਦਾ ਉਹਨੂੰ ਨਸ਼ਾ ਲੱਗਾ ਵਾ, ਉਹਦਾ ਮਹਾ ਆਪਣਾ ਹੀ ਟਾਈਮ ਸਰਦਾ ਵਾ ਮਾੜਾ ਚੰਗਾ। ਤੇ ਜਿਹੜੇ ਬੱਚੇ ਜਿਹੜੇ ਬਾਹਰੋਂ ਕਰਕੇ ਲਿਆਉਂਦੇ ਆ ਤੇ ਆਣ ਕੇ ਸਿਵੇ ਆ ਸਾਡੇ ਬਾਰ-ਬਾਰ, ਤੇ ਉਹ ਸਿਵਿਆਂ ਦੇ ਵਿੱਚ ਉਹਨਾਂ ਨੂੰ ਇੱਕ ਕਮਰਾ ਦਿੱਤਾ ਲੈ ਹਿਸਾਬ ਜੇ ਦਾ, ਤੇ ਉਹ 'ਚ ਗੁਜ਼ਾਰਾ ਡਹਿ ਕਰਨ ਤੇ ਕੋਈ ਹਾਲ ਨਹੀਂ। ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਇਹਨਾਂ ਨੂੰ ਮਿਲੀ। ਸਾਰੇ ਸਰਪੰਚ ਬਣਦੇ ਰਹੇ, ਕਿਸੇ ਨੇ ਇਹਨਾਂ ਜੋਰਿਆਂ ਦਾ ਨਹੀਂ ਆਣ ਕੇ ਸੋਚਿਆ ਕਿ ਸੋਚੋ ਤੁਸੀਂ ਇਹਨਾਂ ਦਾ, ਤੇ ਕਿਸੇ ਨੇ ਮਤ ਨਹੀਂ ਇਹਨਾਂ ਦੀ ਕੀਤੀ। ਤੇ ਇਹਨਾਂ ਦੀ ਮਤ ਜ਼ਰੂਰ ਕਰੋ ਮੇਰੇ ਵੀਰ, ਇੰਨਾ ਮਸਲਾ ਹੱਲ ਕਰੋ ਇਹਨਾਂ ਦਾ। ਤੇ ਬੱਚੇ ਜਿਹੜੇ ਛੋਟੇ ਛੋਟੇ ਇਹੋ ਕਿਤੇ ਚੰਗੇ ਟਿਕਾਣੇ ਤੇ ਬਹਿ ਜਾਣਗੇ। ਹੁਸ਼ਿਆਰਪੁਰ ਦੇ ਡੀਸੀ ਦਫ਼ਤਰ ਨਾਲ ਸੰਬੰਧਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਵਿੱਚ ਬੀਤੀ ਦੇਰ ਰਾਤ ਇੱਕ ਚੋਰ ਵੱਲੋਂ 8 ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆ ਸ਼ਟਰ ਭੰਨੇ ਗਏ, ਪਰੰਤੂ ਗਨੀਮਤ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਵਿੱਤੀ ਨੁਕਸਾਨ ਹੋਣ ਤੋਂ ਬਚਾ ਗਿਆ। ਚੋਰਾਂ ਵੱਲੋਂ ਕੀਤੀ ਗਈ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ। ਬਾਹਰ ਵਾਲੇ ਇਹਨਾਂ ਦੀ ਭਾਲ ਜਾਰੀ ਹੈ। ਕਰਤਾਰ ਸਿੰਘ ਸਰਾਭਾ ਮਾਰਕੀਟ 'ਚ ਆਪਣਾ ਮਨੀ ਐਕਸਚੇਂਜ ਦਾ ਕੰਮ ਹੈ ਜੀ। ਤੇ ਮੈਂ ਸਵੇਰੇ ਕੋਈ 8:15 ਵਜੇ ਆਇਆ ਇੱਥੇ ਜੀ ਆਪਣਾ ਆਫਿਸ ਖੋਲ੍ਹਣ ਵਾਸਤੇ। ਤੇ ਉਸ ਦੌਰਾਨ ਦੇਖਿਆ ਕਿ ਕੁਝ ਦੁਕਾਨਾਂ ਦੇ ਮਤਲਬ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਟੁੱਟੇ ਹੋਏ ਸੀਗੇ। ਤੇ ਟੋਟਲ ਕੁਝ ਆਪਣੀਆਂ 8 ਦੁਕਾਨਾਂ ਹੈਗੀਆਂ ਜਿਨ੍ਹਾਂ ਦੇ ਸ਼ਟਰ ਟੁੱਟੇ ਸੀਗੇ। ਤੇ ਉਹਨਾਂ ਵਿੱਚੋਂ ਆਪਣੀਆਂ 2-3 ਦੁਕਾਨਾਂ ਦੇ ਦਾ ਚੋਰ ਅੰਦਰ ਵੀ ਵੜਿਆ, ਜਿਹੜਾ ਅਸੀਂ ਸੀਸੀਟੀਵੀ ਚੈੱਕ ਕੀਤਾ ਹੈਗਾ। ਤੇ ਦੂਜੀ ਗੱਲ ਇਹ ਹੈਗੀ ਆਪਣੀ ਜਿਹੜੀ ਮਾਰਕੀਟ ਹੈਗੀ ਹੈ, ਇਸ ਮਾਰਕੀਟ 'ਚ ਕੋਈ ਸਿਕਿਉਰਿਟੀ ਦਾ ਸਿਸਟਮ ਨਹੀਂ ਹੈਗਾ। ਮਤਲਬ ਲਾਈਟ ਲੱਗੀ ਹੈਗੀ ਸਰਕਾਰੀ, ਬਟ ਉਹ ਜਲਦੀ ਨਹੀਂ ਹੈਗੀ ਹੈ। ਔਰ ਇਹ ਮਾਰਕੀਟ ਮਤਲਬ ਇੱਥੇ ਮਾਰਕੀਟ ਕੋਈ 70-75 ਦੁਕਾਨਾਂ ਹੈਗੀਆਂ ਜੀ। ਉਹਦੇ ਬਾਵਜੂਦ ਵੀ ਇੱਥੇ ਰਾਤ ਨੂੰ ਕੀ ਹੈ, ਕੋਈ ਇੱਦਾਂ ਦਾ ਇੰਤਜ਼ਾਮ ਨਹੀਂ ਹੈਗਾ। ਅਤੇ ਨਸ਼ੇ ਪੱਤੇ ਵਾਲੇ ਬੰਦੇ ਆਉਂਦੇ ਨੇ ਰਾਤ ਨੂੰ 2-2, 3-3, ਸਵੇਰੇ 4-4 ਵਜੇ ਤੱਕ ਨਸ਼ੇ ਪੱਤੇ ਕਰਦੇ ਨੇ। ਅਤੇ ਕਈ ਵਾਰ ਆਪਾਂ ਰਿਕੁਐਸਟ ਵੀ ਦਿੱਤੀ ਹੈਗੀ ਹੈ ਇੰਪਰੂਵਮੈਂਟ ਟਰਸਟ ਵਿੱਚ, ਉਹਦੇ ਅੰਦਰ ਹੀ ਮਾਰਕੀਟ ਆਉਂਦੀ ਹੈਗੀ ਹੈ, ਬਟ ਉਸ ਉੱਤੇ ਕੋਈ ਸੁਣਵਾਈ ਨਹੀਂ ਹੋਈ ਹੈਗੀ। ਮੁਕੇਰੀਆਂ ਦੇ ਪਿੰਡ ਬਿਸ਼ਨਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ, ਜਿੱਥੇ ਇੱਕ 8 ਸਾਲਾਂ ਦਾ ਬੱਚਾ ਪਹਿਲਾਂ ਮੱਥਾ ਟੇਕਦਾ ਹੈ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨਾਲ ਛੇੜਛਾੜ ਕਰਦਾ ਹੈ ਅਤੇ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਜਾਂਦੀ ਹੈ। ਬਹਰਹਾਲ ਪੁਲਿਸ ਨੇ ਐਸਪੀ ਕੁਲਵਿੰਦਰ ਸਿੰਘ ਬਿਰਕ ਨੇ ਦੱਸਿਆ ਕਿ ਪਰਿਵਾਰ ਦੇ ਵਿੱਚ ਲੜਕੇ ਦੀ ਮਾਤਾ ਪਿਤਾ ਇੱਕ ਭੈਣ ਭਰਾ ਨੂੰ ਹਿਰਾਸਤ ਵਿੱਚ ਲੈ ਕੇ ਪਰਚਾ ਦਰਜ ਕਰ ਲਿਆ ਹੈ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਡੇ ਥਾਣਾ ਮੁਕੇਰੀਆਂ ਵਿਖੇ ਇਤਲਾਹ ਮਿਲੀ ਸੀ ਤੇ ਪਿੰਡ ਬਿਸ਼ਨਪੁਰਾ ਜੋ ਕਿ ਸ਼ੂਗਰ ਮਿਲ ਦਸੂਆ ਦੇ ਆਪਣੇ ਮੁਕੇਰੀਆਂ ਦੇ ਪਿਛਲੇ ਪਾਸੇ ਪੈਂਦਾ ਹੈ, ਦੇ ਗੁਰਦੁਆਰਾ ਸਾਹਿਬ ਵਿਖੇ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅੰਗਾਂ ਦੀ ਬੇਅਦਬੀ ਹੋਈ ਆ। ਇਤਲਾਹ ਮਿਲਣ 'ਤੇ SHO ਸਾਹਿਬ, ਮੈਂ SHO ਹਾਜੀਪੁਰ ਤੇ ਬਾਕੀ ਸਾਰੇ ਸਾਡੇ ਮੁਲਾਜ਼ਮ ਮੌਕੇ 'ਤੇ ਪਹੁੰਚੇ ਸੀ। ਮੌਕੇ 'ਤੇ ਸਾਨੂੰ ਗੁਰਦੁਆਰੇ ਦੇ ਪ੍ਰਧਾਨ ਤਰਸੇਮ ਸਿੰਘ ਗ੍ਰੰਥੀ ਤਰਸੇਮ ਸਿੰਘ ਜੀ, ਪ੍ਰਧਾਨ ਅਮਰਜੀਤ ਸਿੰਘ ਜੀ, ਬਾਕੀ ਪਿੰਡ ਵਾਸੀ ਤੇ ਕਮੇਟੀ ਮੈਂਬਰ ਮਿਲੇ ਸੀ, ਜਿਨ੍ਹਾਂ ਨੇ ਸਾਡੇ ਆਉਣ ਤੋਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ CCTV ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਸੀ, ਜਿਹਦੇ ਵਿੱਚ ਦਿਸ ਰਿਹਾ ਹੈ ਕਿ 5 ਤਰੀਕ ਨੂੰ 9 ਵਜੇ ਸੁਬਾਹ ਦੇ ਕਰੀਬ ਇੱਕ ਛੋਟਾ ਬੱਚਾ ਜੋ ਦੇਖਣ ਨੂੰ ਨਾਬਾਲਗ ਲੱਗਦਾ ਹੈ, ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦਾ ਹੈ। ਪਹਿਲਾਂ ਗੋਲਕ ਦੇ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਪੈਸੇ ਨਹੀਂ ਨਿਕਲਦੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਰਮਾਲਾ ਸਾਹਿਬ ਨੂੰ ਇੱਕ ਪਾਸੇ ਕਰਕੇ ਅੰਗਾਂ ਦੇ ਨਾਲ ਛੇੜਛਾੜ ਕਰਦਾ ਦਿਖਾਈ ਦਿੰਦਾ ਹੈ। ਤੇ ਬਾਅਦ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਜੋ ਦੇਗ ਪ੍ਰਸ਼ਾਦ ਪਿਆ ਆ ਉਹ ਲੈ ਕੇ ਚਲਾ ਜਾਂਦਾ ਆ। ਉਹ ਜਦੋਂ ਉਸ ਬੱਚੇ ਸੰਬੰਧੀ ਦਰਿਆਫਤ ਕੀਤੀ ਗਈ ਤਾਂ ਪਤਾ ਲੱਗਾ ਵੀ ਇਸ ਬੱਚੇ ਦਾ ਪਿਤਾ ਜਿਹੜਾ ਆ ਉਹ ਪਿਛਲੇ ਸੰਜੇ ਕੁਮਾਰ ਪਿਛਲੇ 10-11 ਸਾਲ ਤੋਂ ਇੱਥੇ ਮੁਕੇਰੀਆਂ ਕਿਸੇ ਸ਼ੈਲਰ ਦੇ ਵਿੱਚ ਕੰਮ ਕਰ ਰਿਹਾ ਆ। ਤਾਂ ਇਹ ਜਿਹੜਾ ਪਰਿਵਾਰ ਆ, ਇਹਦੀ ਮਦਰ ਤਾਂ ਇਹਦੇ 2 ਭੈਣ ਭਰਾ ਕਰੀਬ 2-3 ਮਹੀਨੇ ਪਹਿਲਾਂ ਯੂਪੀ ਤੋਂ ਇੱਥੇ ਆਏ ਆ, ਠੀਕ ਹੈ ਜੀ। ਬਾਅਦ 'ਚ ਉਹਦੇ ਤੋਂ ਮੋਹਤਵਾਰਾਂ ਦੀ ਹਾਜ਼ਰੀ ਵਿੱਚ ਜੋ ਕਾਨੂੰਨੀ ਪ੍ਰਕਿਰਿਆ ਉਹਦੇ ਰਾਹੀਂ ਉਹਦੇ ਮਾਪਿਆਂ ਦੇ ਪਾਸੋਂ, ਕਿਉਂਕਿ ਉਹ ਪੰਜਾਬੀ ਘੱਟ ਸਮਝਦਾ ਆ, ਉਹਦੀ ਮਾਂ ਵੀ ਪੰਜਾਬੀ ਘੱਟ ਸਮਝਦੀ ਆ, ਉਹਦੇ ਮਾਪਿਆਂ ਦੀ ਸਹਾਇਤਾ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹ ਤੋਂ ਪਾਇਆ ਗਿਆ ਵੀ ਇਸ ਬੱਚੇ ਨੇ ਹੀ ਜਿਹੜੀ ਜਾ ਕੇ ਇਹ ਉਦੋਂ ਘਟਨਾ ਨੂੰ ਅੰਜਾਮ ਦਿੱਤਾ ਸੀ, ਜਿਹਦੇ ਖਿਲਾਫ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਤੇ ਬਾਕੀ ਕਮੇਟੀ ਮੈਂਬਰਾਂ ਦੇ ਬਿਆਨਾਂ ਮੁਤਾਬਕ FIR ਦਰਜ ਕਰ ਦਿੱਤੀ ਆ। ਉਹਦੀ ਉਮਰ ਸੰਬੰਧੀ ਅਜੇ ਕੋਈ ਠੋਸ ਸਬੂਤ ਨਹੀਂਗਾ, ਕਿਉਂਕਿ ਉਹ 2-3 ਮਹੀਨੇ ਪਹਿਲਾਂ ਯੂਪੀ ਤੋਂ ਆਏ ਆ। ਜੋ ਵੀ ਸਰਟੀਫਿਕੇਟ ਵਗੈਰਾ ਹੈਗੇ ਉਹ ਯੂਪੀ ਪਏ ਆ, ਦੇਖਣ ਨੂੰ ਨਾਬਾਲਗ ਲੱਗਦਾ ਆ। ਇਸ ਕਰਕੇ ਉਹਨੂੰ ਅੱਜ ਅਸੀਂ ਬਾਅਦ ਕਾਨੂੰਨੀ ਪ੍ਰਕਿਰਿਆ ਜਿਹੜਾ ਜੁਵੇਨਾਈਲ ਜਸਟਿਸ ਬੋਰਡ ਆ ਉਹਦੇ ਸਾਹਮਣੇ ਪੇਸ਼ ਕਰਾਂਗੇ। ਅੱਜ ਅੰਮ੍ਰਿਤਸਰ ਦੀ STF ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ 5 ਕਿਲੋ ਹੈਰੋਇਨ ਸਮੇਤ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਨੈਟਵਰਕ ਫਿਰੋਜ਼ਪੁਰ ਜੇਲ੍ਹ ਤੋਂ ਚਲਾ ਰਹੇ ਸਨ। ਬਹਰਹਾਲ ਇਹਨਾਂ ਦੋਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਇਹਨਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ। 6 ਤਰੀਕ ਨੂੰ ਯਾਨੀ ਕਿ ਕੱਲ੍ਹ ਅਸੀਂ ਇੱਕ FIR 244 ਨੰਬਰ ਦਰਜ ਕੀਤੀ ਸੀ STF ਪੁਲਿਸ ਸਟੇਸ਼ਨ ਮਹਾਲੀ, ਤੇ ਸਾਡਾ ਕਿ ਆਪਰੇਸ਼ਨ ਜਿਹੜਾ ਉਹ ਚੱਲ ਰਿਹਾ ਸੀ। ਇਹ ਵੀ ਸੇਮ ਆਪਰੇਸ਼ਨ ਜਿਹੜਾ ਹੈ ਇਹ ਫਿਰੋਜ਼ਪੁਰ ਜੇਲ੍ਹ 'ਚੋਂ ਹੀ ਚੱਲ ਰਿਹਾ ਸੀ, ਕਿਉਂਕਿ ਪਿਛਲੇ ਦਿਨੀ ਜਿਹੜਾ ਆਪਰੇਸ਼ਨ ਹੋਇਆ ਸੀ 5 ਕਿਲੋ 500 ਗ੍ਰਾਮ ਦਾ, ਜਿਹੜਾ ਕਿ JNK ਤੋਂ ਹੀਰੋਇਨ ਆਈ ਸੀ, ਸੋ ਉਹ ਵੀ ਫਿਰੋਜ਼ਪੁਰ ਜੇਲ੍ਹ ਤੋਂ ਸੀ, ਤੇ ਇਹ ਵੀ ਫਿਰੋਜ਼ਪੁਰ ਜੇਲ੍ਹ ਤੋਂ ਹੀ ਸਾਰਾ ਜਿਹੜਾ ਐਕਟੀਵੇਟ ਹੋਇਆ ਪਿਆ ਸੀ ਸਾਰਾ। ਸੋ ਇਹ ਕੱਲ੍ਹ ਸਾਡੀਆਂ ਪਾਰਟੀਆਂ ਅੰਡਰ ਸੁਪਰਵਿਜ਼ਨ ਸ੍ਰੀ ਭਵਿੰਦਰ ਮਹਾਜਨ DSP ਦੇ ਤਰਨਤਾਰਨ ਬਾਈਪਾਸ 'ਤੇ ਜਿਹੜਾ ਪੱਟੀ ਹੈਗਾ ਨਾਕਾਬੰਦੀ ਕੀਤੀ ਹੋਈ ਸੀ ਇਨਪੁਟ ਦੇ ਆਧਾਰ 'ਤੇ। ਉੱਥੇ ਜਿਹੜਾ ਹੈ 2 ਬੰਦੇ ਰਾਉਂਡ ਅਪ ਕੀਤੇ ਆ ਜਿਹੜੇ ਕਿ ਕਾਰ 'ਤੇ ਸੀ, ਔਰ ਦੌਰਾਨੇ ਤਲਾਸ਼ੀ ਸਰਚ ਉਹਨਾਂ ਕੋਲ ਜਿਹੜਾ ਹੈ ਉਹ 5 ਕਿਲੋ ਹੀਰੋਇਨ ਜਿਹੜੀ ਉਹ ਰਿਕਵਰ ਹੋਈ ਹੈ। ਸੋ ਫਰਦਰ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਪਤਾ ਚੱਲਿਆ ਕਿ ਮਿੰਟੂ ਜਿਹਦਾ ਪਿੰਡ ਧਰਮਪੁਰਾ ਥਾਣਾ ਮੱਲਾਂਵਾਲਾ ਉਹਦਾ ਰਹਿਣ ਵਾਲਾ ਸੀ, ਔਰ ਦੂਸਰਾ ਜਿਹੜਾ ਉਹਦੇ ਨਾਲ ਐਸੋਸੀਏਟ ਸੀ ਉਹਦਾ ਨਾਮ ਵੀ ਮਿੰਟੂ ਸਹੌਤਾ, ਜਿਹੜਾ ਕਿ ਮਖੂ ਦਾ ਰਹਿਣ ਵਾਲਾ ਸੀ। ਇਹ 2 ਜਣੇ ਕਾਰ 'ਤੇ ਸਵਾਰ ਸਨ, I-20 ਕਾਰ 'ਤੇ। ਸੋ ਜਦੋਂ ਇਹਨਾਂ ਨੂੰ ਰੋਕ ਕੇ ਸਰਚ ਕੀਤੀ ਗਈ ਤੇ ਕਾਰ ਦੇ ਵਿੱਚੋਂ ਜਿਹੜੀ ਹੈ ਉਹ 5 ਕਿਲੋ ਹੀਰੋਇਨ ਜਿਹੜੀ ਰਿਕਵਰ ਹੋਈ ਸੀ। ਸੋ ਇਹਦੇ 'ਚ ਹੀ ਪਰਚਾ ਦਰਜ ਕਰਕੇ ਗਾਂ ਜਿਹੜੀ ਤਫਤੀਸ਼ ਆ ਉਹ ਜਾਰੀ। ਇਹ ਸਰ ਤਰਨਤਾਰਨ ਬਾਈਪਾਸ ਤੋਂ ਪੱਟੀ ਰੋਡ ਤੋਂ। ਸਰ ਤੁਸੀਂ ਕਹਿੰਦੇ ਜੇਲ੍ਹ ਦੇ ਵਿੱਚੋਂ ਹੀ ਚੱਲ ਰਿਹਾ ਸੀਗਾ, ਜੇਲ੍ਹ ਦੇ ਵਿੱਚੋਂ ਦੱਸਿਓ ਕਿ ਕਿਵੇਂ ਆਪਣਾ ਨੈਟਵਰਕ ਚਲਾਉਂਦੇ ਸੀਗੇ ਜੇਲ੍ਹ ਦੇ ਵਿੱਚ। ਇਹ ਦੋਵੇਂ ਬਾਹਰ ਸੀ ਤੇ ਅੰਦਰ ਕਿਹੜਾ ਸਰਗਨਾ ਸੀ ਜਿਹੜਾ ਇਹਨਾਂ ਨਾਲ ਜਿਹੜੀ ਨਿਰਦੇਸ਼ ਦਿੱਤੇ ਸਾਰੇ ਕਰਦੇ ਸੀ? ਇਹ ਸਰ ਜੇਲ੍ਹ ਦੇ ਵਿੱਚ ਇੱਕ ਸੁਖਜਿੰਦਰ ਸਿੰਘ ਨਾਂ ਦਾ ਜਿਹਦੇ 'ਤੇ ਕਿ ਪਹਿਲਾਂ ਹੀ ਇਹ ਨਾਰਕੋਟਿਕ ਦਾ ਪਰਚਾ ਵਾ, ਉਹ ਅੰਦਰ ਜੇਲ੍ਹ 'ਚ ਬੰਦ ਆ, ਜਿਹੜਾ ਕਿ ਵਜਰੀਆ ਫੋਨ ਟੱਚ ਸੀ ਇਸ ਸਾਰੇ ਨੈਟਵਰਕ ਨਾਲ। ਸੁਖਜਿੰਦਰ ਹਾਂਜੀ ਸੁਖਜਿੰਦਰ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਹੈਗਾ ਰੁਕਨ ਸ਼ਾਹ। ਡੇਰਾਬੱਸੀ ਨਗਰ ਕੌਂਸਲ ਨੇ ਅੱਜ ਰਾਮਲੀਲਾ ਮੈਦਾਨ ਵਿੱਚੋਂ ਰੇਹੜੀ ਫੜੀਆਂ ਚੁਕਵਾ ਦਿੱਤੀਆਂ ਤੇ ਰੇਹੜੀਆਂ ਲੱਗਣ ਨਹੀਂ ਦਿੱਤੀਆਂ ਤੇ ਗੁੱਸੇ ਵਿੱਚ ਆਏ ਲੋਕਾਂ ਨੇ ਕੌਂਸਲ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਹਨਾਂ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਇਸੇ ਜਗ੍ਹਾ ਤੇ ਰੇਹੜੀਆਂ ਫੜੀਆਂ ਲਗਾ ਰਹੇ ਹਨ, ਪਰ ਉਹਨਾਂ ਨੂੰ ਹੁਣ ਉਜਾੜਿਆ ਜਾ ਰਿਹਾ ਹੈ। ਉਹ ਇਸ ਸੰਬੰਧ ਵਿੱਚ ਹਲਕਾ ਵਿਧਾਇਕ ਨੂੰ ਮਿਲ ਕੇ ਗੱਲਬਾਤ ਵੀ ਕਰਨਗੇ। क्या नाम है अपना?
कितनी देर हो गई तुम्हें लगाते हुए? मेरे को जी 6 साल है। लोन भी हुए हाँ आपके? जी। आप बोल रहे थे हाँ अभी। जी लोन हुए हमारे। किन्होंने करवाए हैं? कमेटी वालों ने करवाए सर। कितने इन्होंने किलो? करवाए। पहला हमारा 10 को हुआ था, 20 को हुआ, फिर 50 का। तो फिर अब हमें सारे प्रूफ मिले हुए हैं सर, हमारे लाइसेंस बने हुए हैं। तो अब आप इकट्ठे हुए हो, क्या हो रहा है आपके साथ? हमारे सर यहाँ से मंजे उठवा दिए, दुकाना वाले ने मिलकर उठवाए हैं और हमारे मंजे नहीं लगने दे रहे कौन हैं। है दुकान वाले खड़े? सर ये बहनी पा ले गया, इधर ये लड़का इसका बब्बू नाम है, इसको मैं जानती हूँ, तीसरे वाला। इन सब ने मिलके परसों चौथे ईओ साहब आए, इनको मिलके चले गए, हमें नहीं मिले हैं। अब सर हमें कहते हैं तुम कहीं पानी जगह चुन लो, हम माने पानी की टंकी पे चले भी जाते हैं। पानी की टंकी क्या पता कब की बनी हुई है। यहाँ पे एक खंभा गिरा, हमें कोई पूछने नहीं आया सरकारी मुलाजिम कि तुम्हारा क्या नुकसान है। हमारा दुनिया भर का नुकसान है, हमें किसी ने पूछा नहीं है। वहाँ से पानी की टंकी गिर गई, हम कल मर गए तो हमें कौन पूछ लेगा। कितनी देर हो गई ਤੁਹਾਨੂੰ ਲਗਾ? 15 ਸਾਲ ਹੋ ਗਏ ਜੀ ਇੱਥੇ ਲਗਾਉਂਦੇ ਹੋਏ। ਕੋਈ ਲੋਨ ਵਗੈਰਾ ਵੀ ਹੋਏ ਆ ਤੁਹਾਡੇ? ਸਾਡੇ ਲੋਨ ਹੋਏ ਪੀਐਮ ਸਬਨਿਧੀ ਵੱਲੋਂ, ਮੇਰਾ ਪਹਿਲੇ 10 ਦਾ ਹੋਇਆ ਸੀ, ਬਾਅਦ ਚ 20 ਦਾ ਹੋਇਆ। ਇਸ ਚ ਕਮੇਟੀ ਸਾਡਾ ਜੇ ਲੋਨ ਹੋਇਆ ਸਾਨੂੰ ਇਸੀ ਦੁਕਾਨ ਦੇ ਅਕੋਰਡਿੰਗ ਤੇ ਹੀ ਲੋਨ ਦਿੱਤਾ ਹੋਇਆ। ਜੇ ਆਪਾਂ ਬੈਠੇ ਆ, ਪਹਿਲੀ ਗੱਲ ਤੇ ਹੈ ਜੇ ਸਾਨੂੰ ਕਹਿੰਦੇ ਨੇ ਅਸੀਂ 1 ਮਿੰਟ ਤੋਂ ਪਹਿਲੇ ਗਰਾਊਂਡ ਖਾਲੀ ਕਰ ਦਿੰਦੇ ਹਾਂ। ਨਾ ਅਸੀਂ ਕੋਈ ਪੱਕੀ ਸ਼ੈੱਡ ਲਗਾਏ ਹੋਏ ਨੇ, ਨਾ ਅਸੀਂ ਕੋਈ ਪੱਕੀ ਦੁਕਾਨਾਂ, ਨਾ ਕਿਧਰੇ ਨੀਚੇ ਪੱਕੀ ਟੈਲਾਂ ਲਾਈਆਂ ਹੋਈਆਂ ਨੇ। ਜੇ ਮੈਂ 15 ਸਾਲ ਪਹਿਲੇ ਬੈਠੀ ਸੀ, ਮੈਨੂੰ ਉਸੇ ਟਾਈਮ ਕਹਿ ਦਿੰਦੇ ਸਵੀਟੀ ਤੂੰ ਇੱਥੇ ਨਾ ਬੈਠ, ਆਉਣ ਵਾਲੇ ਟਾਈਮ 'ਚ ਤੈਨੂੰ ਉਠਾ ਦੇਣਾ ਵੇ। ਮੈਂ ਉਸੇ ਟਾਈਮ ਆਪਣਾ ਕੋਈ ਹੋਰ ਰੋਜ਼ਗਾਰ ਦੇਖਦੀ। ਮੇਰੀ 45 ਸਾਲ ਉਮਰ ਹੋ ਗਈ ਆ, ਮੈਂ ਇਸ ਟਾਈਮ 'ਚ ਦੱਸੋ ਹੁਣ ਮੈਂ ਕਿਹੜੀ ਫੈਕਟਰੀ 'ਚ ਜਾ ਕੇ ਕੰਮ ਕਰਾਂਗੀ? ਕਿੱਥੇ ਕੰਮ ਕਰਾਂਗੀ ਮੈਂ? ਜਦ ਐਡੀ ਗਰਮੀ ਸੀ, ਦਿਨ ਤੇ 200-300 ਰੁਪਏ ਵੱਟਦੇ ਸੀ, ਇੱਥੇ ਬੈਠ ਕੇ ਵੱਟ ਕੇ ਜਾਂਦੇ ਸੀ ਜੀ। ਅੱਜ ਤਿਉਹਾਰਾਂ ਦਾ ਟਾਈਮ ਆਇਆ, ਇਹਨਾਂ ਨੇ ਸਾਨੂੰ ਇੱਕ ਵਾਰ ਵੀ ਨਹੀਂ ਕਿਹਾ। ਤੁਹਾਨੂੰ ਨਗਰ ਕੌਂਸਲ ਨੇ ਕੋਈ ਨੋਟਿਸ ਦਿੱਤਾ? ਸਾਨੂੰ ਕੋਈ ਨੋਟਿਸ ਨਹੀਂ ਮਿਲਿਆ ਜੀ, ਸਾਨੂੰ ਕਿਸੇ ਨੇ ਕੁਝ ਨਹੀਂ ਕਿਹਾ। ਕੋਈ ਨਗਰ ਕੌਂਸਲ ਦਾ ਐਸਡੀਐਮ ਵਗੈਰਾ ਕੋਈ ਆਇਆ? ਸਾਡੇ ਕੋਲ ਕੋਈ ਵੀ ਨਹੀਂ ਆਇਆ ਜੀ ਉਠਾਉਣ ਵਾਸਤੇ। ਤੇ ਹੁਣ ਤੁਸੀਂ ਕੌਣ ਉਠਾ ਰਿਹਾ ਤੁਹਾਨੂੰ? ਸਾਨੂੰ ਜੀ ਇਹ ਦੁਕਾਨਾਂ ਲਈ ਜਿਹੜੇ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਇਹ 6 ਬੰਦੇ ਹੈਗੇ ਜੀ, 6 ਬੰਦੇ ਨੇ। ਬੈਨੀਪਾਲ ਟਾਵਰ ਹੈਗਾ ਜੀ, ਸੁਖਮਨੀ ਕਲੈਕਸ਼ਨ ਹੈ, ਸੋਟੀ ਕਲੈਕਸ਼ਨ ਹੈ, ਆਪਣਾ ਕਲੈਕਸ਼ਨ ਹੈ। ਇਹ ਸਾਈਡਾਂ 'ਚ 2 ਸੁਨਿਆਰੇ ਨੇ, ਹੋਰ ਕੋਈ ਦੁਕਾਨਦਾਰ ਵਾਲਾ ਨਹੀਂ ਜਾਂਦਾ। ਅਸੀਂ ਤੇ ਇਹ ਪੁੱਛਣਾ ਚਾਹੁੰਦੇ ਹਾਂ, ਦੱਸੋ ਕਿ ਸਾਨੂੰ ਦਿੱਕਤ ਕੀ ਹੈ ਸਾਡੇ ਤੋਂ? पार्किंग की दिक्कत है या किस चीज की दिक्कत है? ਸਾਨੂੰ ਮੰਜਾ ਹੀ ਨਹੀਂ ਲਾਣ ਦਿੱਤਾ ਇੱਥੇ। ਆਪਾਂ ਰਾਤ ਮੰਜਾ ਪਹਿਲਾਂ ਵੀ ਦੁਸ਼ਹਿਰਾ ਹੋਇਆ, ਪਹਿਲਾਂ ਵੀ ਇੰਨੇ ਉਹ ਹੋਏ, ਸਾਨੂੰ ਕਦੇ ਕਿਸੇ ਨੇ ਕੁਝ ਨਹੀਂ ਕਹਿਤਾ। ਆਪਾਂ ਮੰਜਾ ਲਾਉਂਦੇ ਸੀ। ਤੁਹਾਨੂੰ ਕੋਈ ਦੁਕਾਨਦਾਰ ਵੀ ਤੰਗ ਕਰਦੇ ਆ ਇੱਥੇ? ਦੁਕਾਨਦਾਰ ਤੰਗ ਕਰਦੇ ਆ ਸਰ। ਦੁਕਾਨਦਾਰ ਆਪਾਂ ਨੂੰ ਕੀ ਕਹਿੰਦੇ ਆ? ਆਪਾਂ ਇੱਥੇ ਸਾਰੀ ਲੇਡੀਜ਼ ਬੈਠੀ ਹੈ, ਸਾਰੀ ਕੁੜੀਆਂ ਬੈਠੀ ਹੈ। ਸਰ ਮੈਂ 6 ਭੈਣਾਂ, ਆਪਾਂ ਮੇਰਾ ਭਾਈ ਨਹੀਂ, ਮੇਰਾ ਬਾਪ ਨਹੀਂ, ਮੇਰੀ ਮੰਮੀ ਹੈ। ਰੋਜ਼ ਸਾਂਝ ਨੂੰ ਮਿਹਨਤ ਕਰਕੇ ਜਦ ਮਨ ਰੋਟੀ ਖਵਾਉਂਦੀ ਹੈ। ਆ ਦੁਕਾਨਾਂ ਵਾਲੇ ਤੇ ਵੜ ਕੀ ਆ ਹੁਣ ਕਿ ਇਹ 500 ਰੁਪਏ 'ਚ, ਇਹ 500 ਰੁਪਏ ਦੀ ਧੰਦੇ 'ਚ ਜਾਂਦੀ ਹੈ। ਇਹ ਵੜ ਦੁਕਾਨਾਂ ਵਾਲੇ ਦੇ, ਮੈਂ ਸ਼ਰੇਆਮ ਕਹਿੰਦੀ ਇਸ ਬਾਤ ਨੂੰ। ਆਪਾਂ ਇਹ ਬਤਾਓ, ਆਪਾਂ ਇਸ ਉਮਰ 'ਚ ਇਹ ਕੰਮ ਕਰਾਂਗੇ? ਆਪਾਂ ਮਿਹਨਤ ਕੀ ਖਾ ਰਹੇ, ਸ਼ਰਮਿੰਦਾ ਤੁਸੀਂ ਪੜ੍ਹਦੇ ਵੀ ਹੋ? ਮੈਂ ਅੱਜ ਤੇ 4 ਸਾਲ ਪਹਿਲਾਂ ਪੜ੍ਹਾਈ ਛੱਡ ਚੁੱਕੀ ਕਿਉਂਕਿ ਘਰ ਦੀ ਕਮਜ਼ੋਰੀ ਪਿੱਛੇ ਮੈਂ ਆਪਣੇ 4 ਸਾਲ ਪਹਿਲਾਂ ਪੜ੍ਹਾਈ ਛੱਡੀ ਹੈ। ਅੱਜ ਹੁਸ਼ਿਆਰਪੁਰ ਸਥਿਤ ਦੇਰ ਰਾਤ ਇੱਕ ਫਾਈਨਾਂਸ ਕੰਪਨੀ ਦੇ ਮਾਲਕ ਦੀ ਕਾਰ ਨੂੰ ਇੱਕ ਅਗਿਆਤ ਸ਼ਖਸ ਨੇ ਅੱਗ ਦੇ ਹਵਾਲੇ ਕਰ ਦਿੱਤਾ। ਕਾਰ ਮਾਲਕ ਮੁਤਾਬਕ ਕਿਸੇ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਉਸ ਦੀ ਕਾਰ ਨੂੰ ਅੱਗ ਲਗਾ ਦਿੱਤੀ ਹੈ। ਮਾਮਲਾ ਵਾਰਡ ਨੰਬਰ 50 ਵਿੱਚ ਪੇਸ਼ ਆਇਆ, ਜਿੱਥੇ ਕਾਰ ਸੜ ਕੇ ਸੁਆਹ ਹੋ ਗਈ। ਬਹਰਾਲ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਹੋਇਆ ਸੀਗਾ ਰਾਤੀ ਕਰੀਬ 1:15 ਵਜੇ ਐਸਐਚਓ ਸਾਹਿਬ ਮਾਡਲ ਟਾਊਨ ਬਲਵਿੰਦਰ ਸਿੰਘ ਜੋੜਾ ਜੀ, ਉਹਨਾਂ ਨੇ ਗੇਟ ਖੜਕਾਇਆ। ਕਹਿੰਦੇ ਅਸੀਂ ਤਾਂ ਕਾਰ ਦੀ ਲਪਟਾ ਦੇਖ ਕੇ ਨਾ, ਅੱਗ ਦੀ ਲਪਟਾ ਦੇਖ ਕੇ ਕਾਰ ਇੱਧਰ ਨੂੰ ਮੁੜੀ ਸੜਕ ਤੇ ਰਾਊਂਡ ਤੇ ਹੁਣੇ ਚੈਕਿੰਗ ਤੇ ਉਹ ਕਹਿੰਦੇ ਲਪਟਾ ਦੇਖ ਕੇ ਅਸੀਂ ਇੱਧਰ ਨੂੰ ਮੁੜੇ ਤੇ ਕਹਿੰਦੇ ਫਿਰ ਉਹਨਾਂ ਨੇ ਡੋਰ ਨੌਕ ਕੀਤਾ ਤੇ ਮੈਂ ਉੱਠਿਆ। ਮੈਂ ਕਿਹਾ ਹਾਂਜੀ ਸਰ ਇਸ ਵੇਲੇ ਤਾਂ ਭਾਜੀ ਕਹਿੰਦੇ ਅੱਗ ਲੱਗੀ ਉਹ ਕਾਰ ਨੂੰ ਤੇ ਮੈਂ ਫਟਾਫਟ ਆਇਆ ਬਾਹਰ। ਫਿਰ ਉਹਨਾਂ ਨੇ ਹੀ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਕੀ ਲੱਗਦਾ ਕਿ ਰੰਜਿਸ਼ਬਾਜੀ ਤੇ ਕਿੱਦਾਂ ਲੱਗਿਆ? ਹਾਂ ਨਹੀਂ, ਇਹ ਰੰਜਿਸ਼ਬਾਜੀ ਹੈ। ਦੇਖੋ ਸਾਰੇ ਕਾਰ ਦੇ ਪਾਰਟ ਨਾਲ ਆ ਟੈਂਕੀ ਦਾ ਜਿਹੜਾ ਆ ਦੇਖੋ, ਟੈਂਕੀ ਵੱਲ ਨੂੰ ਤੁਸੀਂ ਦੇਖੋ, ਇਹਦਾ ਕੈਪ ਜਿਹੜਾ ਉਹ ਹੈ ਨਹੀਂ, ਮਿਸਿੰਗ ਹੈ। ਤੇ ਜਿਹੜੇ ਫਾਇਰ ਬ੍ਰਿਗੇਡ ਵਾਲੇ ਆਏ ਉਹ ਕਹਿੰਦੇ ਸਾਡਾ ਰੋਜ਼ ਦਾ ਕੰਮ ਆ ਵਹੀਕਲ ਦੇ ਘਰਾਂ ਦੇ ਉੱਤੋਂ ਦੀ ਅੱਗ ਬੁਝਾਉਣਾ। ਤੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜਿਹੜੀ ਇਹ ਪਿੱਛੋਂ ਦੀ ਅੱਗ ਜਾਂਦੀ ਹੈ ਨਾ, ਇਹ ਆਪ ਲਗਾਈ ਹੋਈ ਅੱਗ ਆ, ਇਹਦਾ ਢੱਕਣ ਹੈ ਨਹੀਂ ਤੇ ਇੱਥੋਂ ਦੀ ਅੱਗ ਲਗਾਈ ਹੋਈ ਆ। ਕਿਉਂਕਿ ਬਾਕੀ ਕਾਰ ਦੇ ਵਿੱਚ ਸਾਰੀ ਕਾਪਰ ਵਾਇਰਿੰਗ ਨਾਲ ਆ। ਜੇ ਸ਼ਾਰਟ ਸਰਕਟ ਹੁੰਦਾ ਨਾ ਤਾਂ ਕਾਪਰ ਵਾਇਰਿੰਗ ਤੇ ਵਾਇਰਿੰਗ ਜਾਂ ਅਟੈਚ ਹੋ ਕੇ ਸ਼ਾਰਟ ਸਰਕਟ ਹੁੰਦਾ ਤਾਂ ਅੱਗੇ ਉਹਦੀ ਅੱਗ ਪੈਣੀ ਸੀ। ਅੱਗੇ ਉਹ ਕਾਰ ਸੇਫ ਆ। ਫਾਈਨਾਂਸ ਕੰਪਨੀ ਰਜਿਸਟਰਡ ਆ। ਹੁਣ ਕਈਆਂ ਦੇ ਲੋਕਾਂ ਦੇ ਪੈਸੇ ਲੈਣ ਲੱਗੇ ਚਿਹਰੇ ਹੋਰ ਹੁੰਦੇ, ਵਾਪਸ ਦੇਣ ਲੱਗੇ ਹੋਰ ਹੁੰਦੇ ਆ। ਤੇ ਹੁਣ ਕਈਆਂ ਨੂੰ ਫਿਰ ਥੋੜਾ ਜਿਹਾ ਗੁੱਸੇ ਨਾਲ ਬੋਲਣਾ ਪੈਂਦਾ ਕਿ ਟਾਈਮ ਤੇ ਪੈਸੇ ਨਹੀਂ ਹੋਏ, ਦਿੱਤੇ ਨਹੀਂ। ਜਦੋਂ 15 20 ਦਿਨ ਉੱਪਰ ਹੋ ਜਾਂਦੇ ਆ ਤਾਂ ਹੁਣ ਕੀ ਪਤਾ ਕਿਹਦੇ ਮਨ 'ਚ ਕੀ ਹੈ। ਪੰਜਾਬ ਦੇ ਮਹਿਰੂਮ ਸਿੰਗਰ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਜਿੱਥੇ ਪੰਜਾਬ ਦੀਆਂ ਜੇਲ੍ਹਾਂ ਸੁਰਖੀਆਂ ਵਿੱਚ ਆਈਆਂ ਹਨ,
ਉੱਥੇ ਹੀ ਅੱਜ ਸਵੇਰੇ ਹੁਸ਼ਿਆਰਪੁਰ ਦੇ ਆਲਾ ਅਧਿਕਾਰੀਆਂ ਵੱਲੋਂ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਇੱਕ ਮੌਕ ਡਰਿੱਲ ਕੀਤੀ ਗਈ। ਇਸ ਮੌਕੇ ਦੇ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਮੌਕ ਡਰਿੱਲ ਦਾ ਮਕਸਦ ਇਹ ਸੀ ਕਿ ਜੇਕਰ ਕੋਲ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਮੁਲਜ਼ਮਾਂ ਨੂੰ ਇਸ ਸੰਬੰਧੀ ਜਾਣੂ ਕਰਵਾਇਆ ਗਿਆ ਤੇ ਉਹਨਾਂ ਨੇ ਇਸ ਤਰ੍ਹਾਂ ਦੀਆਂ ਆਪਣੀਆਂ ਡਿਊਟੀਆਂ ਕਰਨੀਆਂ ਹਨ। ਤੇ ਇਹ ਕੋਈ ਸਰਚ ਆਪਰੇਸ਼ਨ ਨਹੀਂ ਸੀ, ਇਹ ਇੱਕ ਮੌਬ ਡਰਿਲ ਸੀਗੀ। ਮੌਬ ਡਰਿਲਸ ਦਾ ਮਤਲਬ ਕਿ ਆਉਣ ਵਾਲਾ ਜਿਹੜਾ ਕੋਈ ਸਾਡੇ ਖਤਰਾ ਹੋਏ ਉਸ ਨਾਲ ਅਸੀਂ ਕਿੱਦਾਂ ਨਿਪਟਣਾ ਹੈਗਾ, ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਸ਼ਾਸਨ ਨੇ ਔਰ ਆਪਣੇ ਪੁਲਿਸ ਡਿਪਾਰਟਮੈਂਟ ਨੇ ਆਪਣੇ ਉਹ ਮਿਲ ਕੇ ਅਸੀਂ ਇੱਕ ਮੌਬ ਡਰਿਲ ਕੀਤੀ ਹੈਗੀ ਜਿਹਦੇ ਵਿੱਚ ਕਿ ਜੇ ਇਹੋ ਜਿਹਾ ਕਦੀ ਕੋਈ ਖਤਰਾ ਹੋ ਜਾਂਦਾ ਅਸੀਂ ਉਹਦੇ ਨਾਲ ਕਿੱਦਾਂ ਨਿਪਟਣਾ ਹੈਗਾ। ਦੈਟ ਇਹ ਕੋਈ ਸਰਚ ਆਪਰੇਸ਼ਨ ਜਾਂ ਇਹੋ ਜਿਹਾ ਕੁਝ ਨਹੀਂ ਸੀਗਾ। ਅੱਜ ਫਿਰੋਜ਼ਪੁਰ ਦੇ ਜੀਰਾ ਗੇਟ ਦੇ ਕੋਲ ਦੋ ਗੁੱਟਾਂ ਦੇ ਵਿੱਚ ਹੋਏ ਝਗੜੇ ਦੌਰਾਨ ਗੋਲੀਆਂ ਚੱਲਣ ਦੇ ਨਾਲ ਕਈ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਨਿੱਜੀ ਹਸਪਤਾਲ 'ਚ ਚੱਲ ਰਿਹਾ ਹੈ ਅਤੇ ਇੱਕ ਜ਼ਖਮੀ ਨੂੰ ਫਰੀਦਕੋਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਬਹਰਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਭ ਨਾਮ ਕੀ ਹੈ ਜੀ? ਡਾਕਟਰ ਸ਼ਿਵਨ ਸਿੰਘਲਾ ਜੀ। ਹੁਣੇ ਦੋ ਪੇਸ਼ੈਂਟ ਆਏ ਆ ਕਿ ਇੱਕ ਦਾ ਨਾਮ ਦਿਲਪ੍ਰੀਤ ਹੈ, ਦੂਜੇ ਦਾ ਨਾਮ ਆਯੂਸ਼ ਹੈ। ਉਹਨਾਂ ਦੇ ਕਹਿਣ ਦੇ ਮੁਤਾਬਿਕ ਉਹਨਾਂ ਦੀ ਲੜਾਈ ਜੀਰਾ ਗੇਟ ਹੋਈ ਹੈ, ਠੀਕ ਹੈ। ਇੱਕ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਕਿਉਂਕਿ ਉਹਦੇ ਸਿਰ ਤੇ ਜ਼ਿਆਦਾ ਸੱਟ ਲੱਗੀ ਹੋਈ ਸੀਗੀ ਤੇ ਦੂਜਾ ਪੇਸ਼ੈਂਟ ਆ ਉਹਦੇ ਹੱਥ ਤੇ ਸੱਟ ਲੱਗੀ ਹੋਈ ਤੇ ਇੱਕ ਸਿਰ ਤੇ ਸੱਟ ਲੱਗੀ ਹੋਈ ਹੈ, ਉਹਨੂੰ ਪਰਚਾ ਕੱਟ ਕੇ ਇੱਥੇ ਰੱਖ ਲਿਆ ਗਿਆ। ਡਾਕਟਰ ਸਾਹਿਬ ਭੇਜਿਆ ਫਰੀਦਕੋਟ? ਹਾਂ, ਦਿਲਪ੍ਰੀਤ ਹੈ ਜੀ। ਤੇ ਜਿਹੜਾ ਇੱਥੇ ਐਡਮਿਟ ਹੁੰਦਾ ਉਹਦਾ ਨਾਮ ਆਯੂਸ਼ ਹੈ ਜੀ। ਜੀਰਾ ਗੇਟ ਲੜਾਈ ਹੋਈ ਹੈ ਜੀ, ਕੀ ਮੈਟਰ ਕੀ ਸਾਹਮਣੇ ਆਇਆ ਜੀ? ਅਜੇ ਪੜਤਾਲ ਕਰ ਰਹੇ ਹਾਂ, ਇਤਲਾਹ ਮਿਲੀ ਹੈ ਵੀ ਇੱਥੇ ਕੋਈ ਲੜਾਈ ਝਗੜਾ ਹੋਇਆ ਮੁੰਡਿਆਂ ਦੇ ਵਿੱਚ ਤੇ ਫਾਇਰਿੰਗ ਦੀ ਵੀ ਖਬਰ ਆਈ ਹੈ। ਬਾਕੀ ਪੜਤਾਲ ਕਰ ਰਹੇ ਹਾਂ ਵੀ ਅੱਗੇ ਕੀ ਕੌਣ ਜ਼ਖਮੀ ਹੈ ਕਿਵੇਂ ਆ। ਸ਼ੁੱਕਰਵਾਰ ਨੂੰ ਅਬੋਹਰ 'ਚ GST ਵਿਭਾਗ ਨੇ ਸ਼ਹਿਰ ਦੇ ਦੋ ਵੱਡੇ ਇਲੈਕਟ੍ਰੀਕਲ ਸਮਾਨ ਵਿਕਰੇਤਾਵਾਂ ਦੀ ਦੁਕਾਨ ਤੇ ਛਾਪਾ ਮਾਰਿਆ। ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਸ਼ਹਿਰ ਵਿੱਚ ਵੱਡੇ ਪੱਧਰ ਤੇ ਹੋ ਰਹੀ ਹੈ। GST ਚੋਰੀ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕੀਤੀ ਗਈ ਸੀ ਇਹ ਕਾਰਵਾਈ। ਇਸ ਤਰ੍ਹਾਂ GST ਵਿਭਾਗ ਦੀਆਂ ਦੋ ਟੀਮਾਂ ਨੇ ਸ਼ਹਿਰ ਦੇ ਦੋ ਵੱਡੇ ਇਲੈਕਟ੍ਰੀਕਲ ਸਮਾਨ ਦੇ ਥੋਕ ਵਿਕਰੇਤਾਵਾਂ ਦੀਆਂ ਦੁਕਾਨਾਂ ਅਤੇ ਘਰਾਂ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ। ਵਿਭਾਗ ਦੀ ਟੀਮ ਵੱਲੋਂ ਜਿੱਥੇ ਦੁਕਾਨਾਂ ਵਿੱਚ ਰੱਖੇ ਸਮਾਨ ਅਤੇ ਦੁਕਾਨਦਾਰਾਂ ਵੱਲੋਂ ਵੇਚੇ ਜਾ ਰਹੇ ਸਮਾਨ ਦੇ ਦਸਤਾਵੇਜ਼ ਦੀ ਜਾਂਚ ਕੀਤੀ ਗਈ। ਤਰਨਤਾਰਨ ਦੇ ਪਿੰਡ ਦੀਨੇਵਾਲ ਵਿੱਚ ਭੈਣ ਦਾ ਭਰਾ ਵੱਲੋਂ ਕਿ ਤੇਜ਼ਧਾਰ ਕਿਰਪਾਨ ਦੇ ਨਾਲ ਕਤਲ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੇ DSP ਅਰੁਣ ਕੁਮਾਰ ਸ਼ਰਮਾ ਤੇ ਥਾਣਾ ਖੰਡੂਰ ਸਾਹਿਬ ਦੇ SHO ਰਜਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਹਿਰਾਸਤ ਵਿੱਚ ਲੈ ਕੇ ਮ੍ਰਿਤਕ ਲੜਕੀ ਦੇ ਪਿਤਾ ਜਸਪਾਲ ਸਿੰਘ ਦੇ ਬਿਆਨਾਂ ਤੇ ਕਤਲ ਦਾ ਮਾਮਲਾ ਦਰਜ ਵੀ ਕਰ ਲਿਆ ਹੈ। ਗੱਲਬਾਤ ਇਹੀ ਹੋਈ ਆ ਕਿ ਕਿਸੇ ਨਾਲ ਦੇ ਵਿਆਹ ਆਪਣੇ ਦਾ ਸਮਾਨ ਲੈਣ ਚੱਲੀ ਸੀ, ਲਹਿੰਗਾ ਬੁੱਕ ਕਰਾਉਣ ਚੱਲੀ ਸੀ ਤੇ ਜੁੱਤੀ ਲੈਣ ਚੱਲੀ ਸੀ ਤੇ ਇਹਨੇ ਰਾਹ ਦੇ ਵਿੱਚੋਂ ਹਜੇ ਜਾਣ ਡਏ। ਕਿੰਨੇ ਰਾਹ ਦੇ ਵਿੱਚ ਹੋ ਗਿਆ? ਇਹਦੇ ਭਰਾ ਇਹਦੇ ਨੇ ਵਿਚੋਲੇ ਜਿਹੜੇ ਬਣੇ ਉਹ ਨਾਲ ਲੈ ਕੇ ਜਾਣ ਡਏ ਸੀ ਇਹਨੂੰ ਕਿ ਇਹਦਾ ਸਮਾਨ ਲੈਣ, ਤੇ ਇਹਨੇ ਉੱਥੋਂ ਰਾਹ 'ਚੋਂ ਮੋਟਰਸਾਈਕਲ ਚੱਲਦੇ ਤੋਂ ਉਹਨੂੰ ਵਾਲਾਂ ਤੋਂ ਫੜ ਕੇ ਤੇ ਉਹਨੂੰ ਧੂ ਕੇ ਤੇ ਉਹਦੇ ਸੂਆ ਮਾਰ ਦਿੱਤਾ ਗਲ ਦੇ ਵਿੱਚ। ਦੋ ਸੂਏ ਸੀ ਇਹਦੇ ਕੋਲੋਂ, ਇੱਕ ਸੂਆ ਉਹਦੇ ਗਲ 'ਚ ਖਬੋ ਦਿੱਤਾ ਤੇ ਉਹ ਵਿਚਾਰੀ ਆਪਣੇ ਆਪ ਨੂੰ ਛਡਾ ਕੇ ਤੇ ਘਰ ਭੱਜ ਆਈ। ਇਹਦਾ ਡੈਡੀ ਆਂਦਾ ਕਿ ਨਿੱਕੀ ਕੀ ਗੱਲ ਹੋਈ ਆ, ਤੇ ਆਪਣੇ ਡੈਡੀ ਨੂੰ ਆਂਦੀ ਕਿ ਡੈਡੀ ਮੈਨੂੰ ਜੰਟਾ ਮਾਰਦੇ ਲੱਗਾ, ਤੇ ਇਹਦਾ ਡੈਡੀ ਆਂਦਾ ਇੱਥੇ ਬਹਿ ਤੇ ਮੈਂ ਪੁਲਿਸ ਨੂੰ ਸੱਦ ਕੇ ਲਿਆਉਣਾ ਵਾ। ਉਸ ਤੋਂ ਬਾਅਦ ਇਹ ਫੇਰ ਸੂਆ ਲੱਗਾ ਮਾਰਨ, ਸਾਰਿਆਂ ਨੇ ਛਡਾਇਆ ਇਹਨੂੰ, ਇਹਨੇ ਨਹੀਂ ਛੱਡਿਆ। ਫਿਰ ਬਾਅਦ ਵਿੱਚ ਫੇਰ ਇਹਨੂੰ ਛਡਾਇਆ, ਬਾਅਦ ਵਿੱਚ ਇਹ ਬਾਹਰ ਭੱਜ ਗਿਆ ਵਾ ਤੇ ਉਹ ਅੰਦਰ ਵੜ ਗਈ ਆ। ਬਾਹਰ ਭੱਜ ਗਿਆ ਤੇ ਬਾਹਰੋਂ ਇਹ ਤਲਵਾਰ ਲੈ ਕੇ, ਸਾਨੂੰ ਨਹੀਂ ਪਤਾ ਇਹ ਕਿੱਥੋਂ ਲੈ ਕੇ ਆਇਆ ਵਾ। ਜਿਹੜੇ ਕਿ ਉਹ ਕੁੜੀ ਦੇ ਕੀ ਲੱਗਦੇ ਜਿਹਦਾ ਕੁੜੀ ਦਾ ਕਤਲ ਹੋਇਆ? ਮੈਂ ਤਾਇਆ ਜੀ ਹਾਂ। ਇਹ ਕੀ ਗੱਲਬਾਤ ਹੋਈ? ਕਹਿੰਦੇ ਉਹਦੇ ਸਕੇ ਭਰਾ ਨੇ ਜਿਹੜਾ ਉਹਨੂੰ ਮਾਰਤਾ, ਕਿਉਂ ਮਾਰਿਆ? ਇਹ ਕੀ ਮਾਰਿਆ ਇਸ ਤਰ੍ਹਾਂ ਵਾ, ਕੁੜੀ 2-3 ਵਾਰੀ ਘਰੋਂ ਨਿਕਲ ਗਈ, ਨਿਕਲ ਕੇ ਕੁੜੀ ਨੂੰ ਇਤਰਾਜ਼ ਕਰਦਾ ਸੀ, ਇਹ ਗੱਲ ਦਾ ਇਤਰਾਜ਼ ਕਰਦਾ ਸੀ ਵੀ ਇਹ ਕੰਮ ਨਹੀਂ ਜਾਇਜ਼, ਮੈਂ ਕਿਤੇ ਮੁੰਡਿਆਂ 'ਚ ਖਿਲਾਉਣ ਜੋਗਾ ਨਹੀਂ। ਉਧਰੋਂ ਕਰ ਕਤਰ ਕੇ ਜਦੋਂ ਬਹਾ ਕੇ ਦੋਵਾਂ ਪਰਿਵਾਰਾਂ ਨੂੰ ਭੈਣ ਭਰਾਵਾਂ ਨੂੰ ਸੰਮਤੀ ਕਰਾ ਕੇ ਬਹਾ ਕੇ ਆਖੇ ਫਿਰ ਚੰਦ ਦਿਨਾਂ 'ਚ ਕੁੜੀ ਮੰਗਤੀ ਆ। ਫਿਰ ਜਦੋਂ ਉਹਨੇ ਆਖਿਆ ਵੀ ਹੁਣ ਵਿਆਹ ਕਰ ਦੇਣਾ, 11 ਤਰੀਕ ਨੂੰ ਵਿਆਹ ਸੀ, ਤੇ ਉਹਨੇ ਆਖਿਆ ਮੈਂ ਤੈਨੂੰ ਡੋਲੀ ਨਹੀਂ ਪੈਣ ਦੇਣਾ, ਮੈਂ ਤੇਰਾ ਕੰਮ ਨਿਬੇੜ ਦੇਣਾ, ਮੈਂ ਬੰਦਿਆਂ 'ਚ ਖਿਲਾਉਣ ਜਗ੍ਹਾ ਤੈਨੂੰ ਡੋਲੀ ਨਹੀਂ ਪੈਣ ਦੇਣਾ। ਸਰ ਅੱਜ ਜਿਹੜਾ ਕਿ ਦੀਨੇਵਾਲ ਪਿੰਡ ਦੇ ਵਿੱਚ ਸਕੇ ਭਰਾ ਵੱਲੋਂ ਭੈਣ ਦਾ ਕਤਲ ਕੀਤਾ ਗਿਆ, ਸਰ ਕੀ ਮਾਮਲਾ ਜੀ? ਉੱਚੀ ਬੋਲਿਓ। ਇਹ ਦੀਨੇਵਾਲ ਪਿੰਡ ਆ ਜੀ, ਚੌਂਕੀ ਕੰਗ ਦੇ ਵਿੱਚ ਪੈਂਦਾ। ਉੱਥੇ ਮੌਕੇ ਤੇ ਆਏ ਆ ਤੇ ਇੱਥੇ ਇੱਕ ਕੁੜੀ ਸੀ ਜਿਸ ਦਾ ਨਾਂ ਰਜਿੰਦਰ ਕੌਰ ਸੀ, ਪੁੱਤਰੀ ਕਿਰਪਾਲ ਸਿੰਘ, ਤੇ ਇਸ ਦੇ ਜਿਹੜਾ ਭਰਾ ਸੀ ਇੱਥੇ ਜਿਹੜਾ ਸ਼ੱਕ ਕਰਦਾ ਸੀ ਵੀ ਜਿਸ ਕਰਕੇ ਉਹਨੇ ਜਿਹੜਾ ਆਪਣੇ ਭੈਣ ਦੇ ਜਿਹੜਾ ਤੇਜ਼ ਜਿਹੜੀ ਕਿਰਪਾਨ ਦੇ ਨਾਲ ਵਾਰ ਕੀਤੇ 3-4, ਤੇ ਜੀ ਮੌਕੇ ਤੇ ਜਿਹੜੀ ਆ ਕੁੜੀ ਦੀ ਜਿਹੜੀ ਮੌਤ ਹੋ ਗਈ ਹੈ। ਸੋਸ਼ਲ ਮੀਡੀਆ ਉਹਨਾਂ ਵਾਸਤੇ ਬਹੁਤ ਹੀ ਲਾਭਦਾਇਕ ਰਿਹਾ ਜਿਨ੍ਹਾਂ ਵਿੱਚ ਕੁਝ ਨਾ ਕੁਝ ਟੈਲੈਂਟ ਹੈ, ਪਰ ਰਸਤਾ ਨਹੀਂ ਸੀ। ਹੁਣ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਰਾਤੋਂ ਰਾਤ ਸਟਾਰ ਬਣ ਜਾਂਦੇ ਹਨ। ਅਜਿਹੇ ਵੀ ਵਿਅਕਤੀ ਹਨ, ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਜਾਂ ਮਿਲਾਉਂਦੇ ਹਾਂ, ਜਿਸ ਦਾ ਨਾਮ ਹੈ ਜੱਸਾ ਗਿੱਲ, ਗੁਰਦਾਸਪੁਰ ਤੋਂ
ਪਰ ਲੋਕ ਇਸ ਨੂੰ ਗਰੀਬ ਸੰਜੇ ਦੱਤ ਨਾਲ ਜਾਣਦੇ ਹਨ। ਪੇਸ਼ੇ ਵਜੋਂ ਮਜ਼ਦੂਰੀ ਕਰਦਾ ਹੈ, ਜਿਸ ਦੇ ਨਾਲ ਆਪਣਾ ਪਰਿਵਾਰ ਚਲਾ ਰਿਹਾ ਹੈ। ਸ਼ੌਂਕ ਨਾਲ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਵੈਬ ਸੀਰੀਜ਼ ਬਣਾਉਂਦਾ ਹੈ ਅਤੇ ਉਸਦੀ ਅਤੇ ਉਸਦੇ ਸਾਥੀਆਂ ਦੀ ਅਲੱਗ ਹੀ ਪਹਿਚਾਣ ਬਣ ਚੁੱਕੀ ਹੈ। ਜੀ ਸਾਰਿਆਂ ਨੂੰ, ਤੇ ਮੈਂ ਤੁਹਾਡਾ ਆਪਣਾ ਜੱਸਾ ਗਿੱਲ ਉਰਫ ਗਰੀਬਾਂ ਦਾ ਸੰਜੇ ਦੱਤ ਵੀ ਕਹਿੰਦੇ ਨੇ, ਤੇ ਲੋਕ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ। ਤੇ ਅਸੀਂ ਵੀਡੀਓ ਬਣਾਉਂਦੇ ਹਾਂ ਤੇ ਟਿਕਟੌਕ ਤੇ ਪਹਿਲਾਂ ਵੀਡੀਓ ਬਣਾਉਂਦੇ ਸੀਗੇ ਤੇ ਟਿਕਟੌਕ ਹੋ ਗਿਆ ਬੰਦ। ਉਸ ਤੋਂ ਬਾਅਦ ਆਪਣਾ ਇੰਸਟਾਗ੍ਰਾਮ ਚੱਲ ਪਿਆ, ਆਪਾਂ ਉਸ 'ਤੇ ਵੀ ਵਧੀਆ ਵੀਡੀਓ ਪਾਉਂਦੇ ਹਾਂ ਤੇ ਦੁਨੀਆ ਵੀਰ ਸਾਡੇ ਬਹੁਤ ਹੀ ਪਿਆਰ ਕਰਦੇ ਨੇ। ਤੇ ਆਪਣਾ ਇੱਕ ਚੈਨਲ ਆ ਗਰੀਬਾਂ ਦਾ ਸੰਜੇ ਦੱਤ YouTube ਚੈਨਲ ਆ, ਤਾਂ ਉਹਦੇ ਵਿੱਚ ਵੀ ਆਪਣਾ ਸ਼ਾਰਟ ਮੂਵੀਆਂ ਅਸੀਂ ਪਾਉਂਦੇ ਹਾਂ। ਤੇ ਸਾਡਾ ਸਟੋਰੀ ਰਾਈਟਰ ਆ ਕੁਲਜੀਤ ਮਾਨ ਉਰਫ ਅਮਨਿੰਦਰ ਗਿੱਲ, ਵਧੀਆ ਵੀਰ ਸਟੋਰੀਆਂ ਲਿਖਦਾ। ਤੇ ਵੀਡੀਓ ਨੂੰ ਪਰਿਵਾਰ ਵੱਲੋਂ ਬਹੁਤ ਸੰਯੋਗ ਹੈ ਸਰ, ਪਰਿਵਾਰ ਦੇ ਸੰਯੋਗ ਨਾਲ ਅੱਜ ਅਸੀਂ ਇੱਥੇ ਉਹਨਾਂ ਦੇ ਪਰਿਵਾਰ ਆਪਣਾ ਵਧੀਆ ਕਹਿੰਦੇ ਆ ਸਾਰੇ। ਵਧੀਆ ਲੱਗਦਾ ਕਿ ਅਸੀਂ ਵਧੀਆ ਪਾਰਟਿਸਿਪੇਟ ਸਾਰੇ ਵਧੀਆ ਤਰੀਕੇ ਨਾਲ ਵੀਡੀਓ ਬਣਾਉਂਦੇ ਆ ਤੇ ਵਧੀਆ ਲੋਕਾਂ ਨੂੰ ਗਾਈਡ ਕਰਦੇ ਆ ਤੇ ਸਾਡੀਆਂ ਜੋ ਵੀ ਵੀਡੀਓ ਵਾ ਫੈਮਿਲੀ ਮੈਟਰ ਹੁੰਦੀਆਂ ਵਾ ਤੇ ਕੋਈ ਇਸ ਤਰ੍ਹਾਂ ਕੋਈ ਇਦਾਂ ਦਾ ਰਫ ਨਹੀਂ ਹੋਊਗਾ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਸਾਡਾ। ਤੇ ਬਾਕੀ ਜੇ ਕਰੀਏ ਗੱਲ ਇਨਕਮ ਦੀ, ਇਨਕਮ ਤਾਂ ਜੇ ਚਲੋ ਜ਼ੀਰੋ ਆ, ਕੁਛ ਨਹੀਂ ਆ ਰਿਹਾ ਸਾਨੂੰ। ਬਾਕੀ ਇਹ ਕਿ ਚਲੋ ਸਹਿਯੋਗ ਦੇ ਨਾਲ ਹੀ ਆ, ਜਿੰਨਾ ਪਬਲਿਕ ਪਿਆਰ ਕਰੂਗੀ ਸਾਨੂੰ ਪਬਲਿਕ ਦੇ ਪਿਆਰ ਨਾਲ ਹੀ ਬਹੁਤ ਕੁਛ ਆ। ਜੇ ਪਬਲਿਕ ਪਿਆਰ ਕਰ ਰਹੀ ਹੈ ਨਾ ਸਮਝ ਲਓ ਸਾਨੂੰ ਸਭ ਕੁਝ ਮਿਲੇਗਾ। ਪਤਾ ਕੀ ਲੋਕ ਸਮਝਦੇ ਵੀ ਖੁਰੇ ਆ ਇਹਨਾਂ ਸਟਾਰਾਂ ਨੂੰ ਪਤਾ ਨਹੀਂ ਕਿੰਨੀ ਕੁ ਕਮਾਈ ਆ। ਕਮਾਈ ਹੈਗੀ ਲੋਕਾਂ ਨੂੰ YouTube ਚੈਨਲ ਵਾਲਿਆਂ ਨੂੰ ਜਿਹੜੇ ਜ਼ਿਆਦਾ, ਜਿਨ੍ਹਾਂ ਦੇ ਸਬਸਕ੍ਰਾਈਬਰ ਨੇ 1 ਲੱਖ 20 32 ਹੈ ਨਾ, ਉਹਨਾਂ ਨੂੰ ਜ਼ਿਆਦਾ ਕਮਾਈ ਹੈਗੀ ਵੀ। ਉਹਨਾਂ ਨੂੰ 70-80 ਹਜ਼ਾਰ ਆਉਂਦਾ ਵਾ। ਤੇ ਕਈ ਇੱਦਾਂ ਕਰਦੇ ਨੇ ਵੀ ਜਦੋਂ YouTube ਚੈਨਲ ਦੇ ਆਪਣੀ ਟੀਮ ਨੂੰ ਲੈ ਕੇ ਤੁਰਦੇ ਨੇ, ਜਦੋਂ ਉਹਨਾਂ ਨੂੰ ਕਮਾਈ ਆਉਣ ਲੱਗਦੀ ਆ, ਬੜੀ ਦੁੱਖ ਦੀ ਗੱਲ ਆ। ਜ਼ਿਲ੍ਹੇ ਦੇ ਕਸਬੇ ਧਾਲੀਵਾਲ ਵਿਖੇ ਇੱਕ ਦੁਕਾਨ ਅੰਦਰੋਂ ਮਹਿਲਾ ਗ੍ਰਾਹਕ ਦਾ ਪਰਸ ਚੋਰੀ ਕਰਕੇ ਭੱਜਣ ਵਾਲੇ ਨੌਜਵਾਨਾਂ ਨੂੰ ਲੋਕਾਂ ਨੇ ਪਿੱਛਾ ਕਰਕੇ ਚੋਰ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਲੋਕਾਂ ਨੇ ਛਿੱਤਰ ਪਰੇਡ ਕੀਤੀ ਅਤੇ ਦੁਕਾਨਦਾਰਾਂ ਮੁਤਾਬਕ ਚੋਰੀ ਦੀ ਘਟਨਾ CCTV ਕੈਮਰਿਆਂ ਵਿੱਚ ਵੀ ਰਿਕਾਰਡ ਹੋ ਗਈ। ਦੂਜੇ ਪਾਸੇ ਧਾਲੀਵਾਲ ਦੀ ਪੁਲਿਸ ਨਾਲ ਗੱਲ ਕਰਨੀ ਚਾਹੀ ਤਾਂ ਉਹ ਕੈਮਰੇ ਤੋਂ ਬਚਦੇ ਹੋਏ ਨਜ਼ਰ ਆਏ। ਇੱਥੇ ਇੱਕ ਦੁਕਾਨ ਤੇ ਮੁੰਡਾ ਆਇਆ ਨਸ਼ੇ ਦੇ ਹਾਲਤ ਵਿੱਚ ਤੇ ਪਰਸ ਜਨਾਨੀ ਦਾ ਖੋਹ ਕੇ ਦੌੜਿਆ ਤੇ ਲੋਕਾਂ ਨੇ ਫੜਿਆ ਤੇ ਉਹਦੇ ਕੋਲ ਪਰਸ ਕਾਬੂ ਕੀਤਾ ਤੇ ਜਨਾਨੀ ਨੂੰ ਫੜਾਤਾ। ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰਤਾ। ਉਹ ਪਰਸ ਜੀ ਇੱਕ ਦੁਕਾਨ ਤੇ ਆਇਆ ਨੌਜਵਾਨ ਮੁੰਡਾ ਸੀਗਾ ਤੇ ਗਾਹਕ ਸਾਡੇ ਕੋਲ ਖਲੋਤੇ ਰਹੇ ਗਏ ਤੇ ਉਹਨੂੰ ਪਰਸ ਖੋਹ ਕੇ ਤੇ ਨੱਸਣ ਦੀ ਕੋਸ਼ਿਸ਼ ਕੀਤੀ। ਪਰਸ ਖੋਹ ਲਿਆ ਸੀਗਾ ਤੇ ਉਹ ਮਗਰ ਜਾ ਕੇ ਅਸੀਂ ਲੋਕਾਂ ਨੇ ਉਹਨੂੰ ਫੜ ਕੇ ਤੇ ਪੁਲਿਸ ਦੇ ਹਵਾਲੇ ਕਰਤਾ। ਭਾਰਤ ਪਾਕਿਸਤਾਨ ਸਰਹੱਦ ਤੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਗਤੀਵਿਧੀਆਂ ਵੱਧ ਰਹੀਆਂ ਹਨ, ਜਿੱਥੇ BSF ਦਾ ਦਾਅਵਾ ਹੈ ਕਿ ਉਹਨਾਂ ਵੱਲੋਂ ਇਸ ਗਤੀਵਿਧੀ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਹੁਣ BSF ਨੇ ਸਰਹੱਦੀ ਲੋਕਾਂ ਪਾਸੋਂ ਮਦਦ ਮੰਗੀ ਹੈ। ਇਸੇ ਸਬੰਧ ਵਿੱਚ ਸਰਹੱਦੀ ਲੋਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਮੈਂ ਸਰਦਾਰ ਦਰਸ਼ਨ ਸਿੰਘ ਜੀ, ਪਿੰਡ ਪੱਡੇ। ਅੱਜ ਪਿੰਡ ਪੱਡਿਆਂ ਦੇ ਵਿੱਚ 113 ਬਟਾਲੀਅਨ BSF ਦੇ ਉੱਚ ਅਧਿਕਾਰੀ ਮੀਟਿੰਗ ਕਰਨ ਵਾਸਤੇ ਪਹੁੰਚੇ, ਜਿਨ੍ਹਾਂ ਵੱਲੋਂ ਸਾਰੇ ਹੀ ਨਗਰ ਨਿਵਾਸੀ ਅਤੇ ਸਾਬਕਾ ਫੌਜੀਆਂ ਨੂੰ ਸੰਬੋਧਨ ਕਰਦਿਆਂ ਇਹ ਦੱਸਿਆ ਕਿ ਜੋ ਪਾਕਿਸਤਾਨ ਵੱਲੋਂ ਡਰਾਉਣ ਜਿਹੜੇ ਹੈਗੇ ਉਹ ਬਾਰਡਰ ਕ੍ਰਾਸ ਕਰਦੇ ਨੇ, ਉਹਨਾਂ 'ਤੇ ਰਾਤ ਦੇ ਸਮੇਂ 'ਤੇ ਨਿਗਾਹ ਰੱਖਣੀ ਹੈ ਔਰ ਦਿਨ ਦੇ ਸਮੇਂ 'ਤੇ ਵੀ ਜਿਸ ਆਦਮੀ ਨੂੰ ਵੀ ਉਹਦੀ ਆਵਾਜ਼ ਸੁਣਾਈ ਦੇ ਜਾਂ ਹਰਕਤ ਦਿਖਾਈ ਦੇਵੇ, ਉਹ BSF ਵਾਲਿਆਂ ਨੂੰ, ਮੁਲਾਜ਼ਮਾਂ ਨੂੰ ਇਤਲਾਹ ਦੇਵੇ। ਮੁਲਾਜ਼ਮਾਂ ਨੇ ਸਾਰੇ ਹੀ ਨਗਰ ਨਿਵਾਸੀਆਂ ਨੂੰ, ਪਤਵੰਤੇ ਸੱਜਣਾਂ ਨੂੰ ਆਪਣੇ ਨੰਬਰ ਜਿਹੜੇ ਹੈਗੇ ਆ ਉਹ ਦਿੱਤੇ ਨੇ ਵੀ ਇਹਨਾਂ ਨੰਬਰਾਂ 'ਤੇ ਤੁਸੀਂ ਸਾਨੂੰ ਜਿਹੜਾ ਸੰਪਰਕ ਕਰ ਸਕਦੇ ਹੋ। ਇਹ ਸਾਰਾ ਉਹਨਾਂ ਨੇ ਸਾਰਿਆਂ ਨੂੰ ਦੱਸਿਆ ਤੇ ਸਾਨੂੰ ਉਹਨਾਂ ਦੀ ਗੱਲ ਜਿਹੜੀ ਹੈਗੀ ਪੂਰੀ ਤਰ੍ਹਾਂ ਉਹ ਸਮਝ ਆਈ ਹੈ ਤੇ ਅਸੀਂ ਇਹਨਾਂ ਦੇ ਨਾਲ ਸੰਯੋਗ ਕਰਨ ਵਾਸਤੇ ਬਿਲਕੁਲ ਤਿਆਰ ਹਾਂ, ਸੰਯੋਗ ਕਰਾਂਗੇ। ਤੇ ਨਾਲ ਹੀ ਦਾਸ ਵੱਲੋਂ, ਸਾਰੇ ਨਗਰ ਨਿਵਾਸੀਆਂ ਵੱਲੋਂ BSF ਦੇ ਆਏ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਨਗਰ ਵਿੱਚ ਆ ਕੇ ਸਾਡੇ ਨਗਰ ਨਿਵਾਸੀਆਂ ਨੂੰ ਇਸ ਜੋ ਪਾਕਿस्तान ਵੱਲੋਂ हरकत ਹੁੰਦੀ है हमेशा ਉਹਦੇ ਵਾਸਤੇ ਜਿਹੜਾ ਹੈਗਾ ਸੁਚੇਤ ਕੀਤਾ है। अभी हमारे सामने जो मुख्य चैलेंज आया है वो है ड्रोन का, और इसका सामना करने के लिए हम सभी तरह के उपाय कर रहे हैं।
और कोशिश कर रहे हैं कि जल्दी से जल्दी इसका कोई समाधान निकाला जाए और जो भी रिसिपिएंट भारत साइड पर हैं उनको पकड़ा जाए और उनके खिलाफ सख्त से सख्त कार्रवाई करी जाए। इस क्रम में सीमा सुरक्षा बल ने जो भी इंफॉर्मेशन इन रिसिपिएंट की देगा उसको 1 लाख रुपए देने का अनाउंस करा है तथा डीएम और मैं खुद बॉर्डर पर जा कर के पूरे गांव वालों की, सरपंचों की, जो प्रोमिनेंट लोग हैं उनकी मीटिंग कर रहे हैं और उनको बताया जा रहा है कि इस ड्रग को रोकने में जो पाकिस्तान के द्वारा भेजा जा रहा है, आम जनता का उसमें भागीदारी कितनी ज़्यादा ज़रूरी है और सभी जगह इस मैसेज को लगातार भेजा जा रहा है, अवेयरनेस फैलाई जा रही है और हमें पूरी उम्मीद है कि हम इस जो मीनेस है उसको जल्दी से जल्दी काबू करने में ਕਾਮਯਾਬ ਹੋ। ਗੁਰਦਾਸਪੁਰ ਵਿੱਚ ਸਰਕਾਰੀ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਗੁਰਦਾਸਪੁਰ ਦੇ ਬਟਾਲਾ ਰੋਡ ਤੇ ਸਥਿਤ ਪੋਡਾ ਕਲੋਨੀ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਸ ਨੂੰ ਵੇਖਦੇ ਹੋਏ ਕਲੋਨੀ ਦੇ ਲੋਕਾਂ ਵੱਲੋਂ ਪੁਲਿਸ ਨੂੰ ਕੀਤੀ ਸ਼ਿਕਾਇਤ ਕੀਤੀ ਗਈ, ਜਿਸ ਤੋਂ ਬਾਅਦ ਮੌਕੇ ਤੇ ਭਾਰੀ ਪੁਲਿਸ ਬਲ ਉੱਥੇ ਪਹੁੰਚ ਗਿਆ ਤੇ ਇਕੱਠੇ ਹੋਏ ਨੌਜਵਾਨਾਂ ਨੂੰ ਖਦੇੜ ਦਿੱਤਾ। ਨੌਜਵਾਨ ਆਪਣੇ ਮੋਟਰਸਾਈਕਲ ਗੱਡੀਆਂ ਉੱਥੇ ਹੀ ਛੱਡ ਕੇ ਫਰਾਰ ਹੋ ਗਏ। ਇਹ ਜੀ ਗਵਰਨਮੈਂਟ ਕਾਲਜ ਗੁਰਦਾਸਪੁਰ ਦੀ ਕੋਈ ਪ੍ਰਧਾਨਗੀ ਦਾ ਸੀਗਾ ਜਿਹਦੇ ਵਿੱਚ ਕਾਫੀ 100-150 ਮੁੰਡਾ ਇਕੱਠਾ ਹੋਇਆ ਸੀ। ਜਦੋਂ ਅਸੀਂ ਮੌਕੇ ਤੇ ਆਏ ਤੇ ਸਾਰੇ ਭੱਜ ਭੁੱਜ ਗਏ ਜੀ ਤੇ ਇਹਨਾਂ ਦੇ ਬਾਈਕਸ ਲੱਗੇ ਨੇ। ਕਲੋਨੀਆਂ ਵੱਲੋਂ ਕੋਈ ਕੰਪਲੇਂਟ ਦਿੱਤੀ ਤੁਹਾਨੂੰ? ਹਾਂਜੀ, ਕਲੋਨੀ ਵੱਲੋਂ ਫੋਨ ਆਇਆ ਸੀ ਜੀ ਵੀ ਇੱਥੇ ਬਹੁਤ ਜ਼ਿਆਦਾ ਮੁੰਡੇ ਇਕੱਠੇ ਹੋਏ ਨੇ, ਜਿਹਦੇ ਕਰਕੇ ਅਸੀਂ ਮੌਕੇ ਤੇ ਆ ਕੇ ਤੇ ਵੇਖਿਆ ਤਾਂ ਪਰ ਲੇਕਿਨ ਸਾਰੇ ਆਉਂਦੇ ਨੂੰ ਭੱਜ ਗਏ ਸਾਨੂੰ ਪੁਲਿਸ ਨੂੰ ਦੇਖ ਕੇ ਜੀ। ਕੋਈ ਇਹਨਾਂ ਕੋਲ ਹਥਿਆਰ ਵਗੈਰਾ ਵੀ ਹੈ? ਨਹੀਂ, ਕੋਈ ਹਥਿਆਰ ਵਗੈਰਾ ਕੋਈ ਨਹੀਂ ਸੀ। ਇਹ ਜਿਹੜੀਆਂ ਬਾਈਕਾਂ ਵਗੈਰਾ ਇਹ ਫਿਰ ਕਾਨੂੰਨ ਮੁਤਾਬਕ ਜਦੋਂ ਬਣਦੇ ਆ ਜੀ ਉਹਨਾਂ ਦੀ ਬੰਦ ਕਰ ਦਾਂਗੇ ਚਲਾਨ। ਨਸ਼ੇ ਦੀ ਵੱਧ ਰਹੀ ਭਰਮਾਰ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਹੋ ਰਿਹਾ ਹੈ ਵਾਧਾ। ਪਰੇਸ਼ਾਨ ਕਿਸਾਨਾਂ ਨੇ ਅੱਜ ਜਥੇਬੰਦੀ ਦੇ ਬੈਨਰ ਤੇ ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਥਾਣਾ ਮੀਆਂ ਖਾਨ ਦਾ ਅਣਮਿੱਥੇ ਸਮੇਂ ਲਈ ਕੀਤਾ ਘਿਰਾਓ। ਇਸ ਮੌਕੇ ਥਾਣਾ ਪ੍ਰਭਾਰੀ ਅਤੇ ਥਾਣੇ ਦੇ ਕਰਮਚਾਰੀ ਨੇ ਅਣਦੇਖੀ ਦੇ ਲਾਏ ਇਲਜ਼ਾਮ। ਦੂਸਰੇ ਪਾਸੇ ਥਾਣਾ ਪ੍ਰਭਾਰੀ ਨੇ ਮੰਨਿਆ ਕਿ ਚੋਰੀ ਦੀਆਂ ਘਟਨਾਵਾਂ ਹੋਈਆਂ ਹਨ ਅਤੇ ਇਸ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਪੁਲਿਸ ਕਰ ਰਹੀ ਹੈ ਕਾਰਵਾਈ ਅਤੇ ਕਈ ਮਾਮਲੇ ਵੀ ਦਰਜ ਕੀਤੇ ਜਾ ਚੁੱਕੇ ਹਨ। ਅੱਜ ਜੋ ਭੈਣੇ ਮੀਆਂ ਖਾਨ ਥਾਣੇ ਦੇ ਸਾਹਮਣੇ ਜਿਹੜਾ ਧਰਨਾ ਲੱਗਾ ਆ, ਇੱਥੇ ਮੇਰੇ ਕਿਸਾਨ ਜਥੇਬੰਦੀ ਦੇ ਸਾਡੇ ਆਗੂ ਜੂਨ ਸੰਤ ਬਾਬਾ ਲਾਲ ਸਿੰਘ ਜੀ ਕੁਲੀ ਵਾਲੇ, ਜ਼ਿਲ੍ਹਾ ਗੁਰਦਾਸਪੁਰ ਦੇ ਆਗੂ ਸਰਦਾਰ ਸੋਹਣ ਸਿੰਘ ਜੀ ਗਿੱਲ, ਨਾਲ ਕੈਪਟਨ ਸ਼ਮਿੰਦਰ ਸਿੰਘ ਜੀ, ਸਾਰੇ ਸਾਥੀ ਵੱਖ-ਵੱਖ ਸਮਿਆਂ ਦੇ ਉੱਤੇ ਇਸ ਥਾਣੇ ਵਿੱਚ ਆਪਣੀਆਂ ਮੰਗ ਮਸਲੇ ਲੈ ਕੇ ਇੱਥੇ ਆਉਂਦੇ ਰਹੇ ਆ। ਚੋਰੀਆਂ ਬੜੀ ਵੱਡੀ ਪੱਧਰ 'ਤੇ ਇੱਥੇ ਹੋਈਆਂ। ਅੱਜ ਤੋਂ ਕੁਝ ਸਮਾਂ ਪਹਿਲਾਂ ਵੀ ਇਸੇ ਥਾਣੇ ਦੇ ਵਿੱਚ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਧਰਨਾ ਲਾਇਆ ਗਿਆ ਹੈਗਾ। ਇਹ ਸੁੱਤੇ ਹੀ ਹੋਈ ਜਿਹੜਾ ਪ੍ਰਸ਼ਾਸਨ ਆ ਇਹਨੂੰ ਜਗਾਇਆ ਗਿਆ ਸੀਗਾ ਵੀ ਬਹੁਤ ਵੱਡੀ ਪੱਧਰ 'ਤੇ ਨਸ਼ਾ ਜਿਹੜਾ ਇੱਥੇ ਲਗਾਤਾਰ ਵਿਕ ਰਿਹਾ ਆ। ਲਗਾਤਾਰ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋ ਰਹੀਆਂ ਆ, ਮੱਝਾਂ ਚੋਰੀ ਹੋ ਰਹੀਆਂ ਆ, ਹੋਰ ਜਿਹੜੀਆਂ ਚੋਰੀਆਂ ਦੀ ਭਰਮਾਰ ਇੱਥੇ ਲਗਾਤਾਰ ਇਲਾਕੇ ਦੇ ਵਿੱਚ ਵੱਧ ਰਹੀ ਆ। ਤੇ ਜਦੋਂ ਵੀ ਕਿਸਾਨ ਇਹਨਾਂ ਮਸਲਿਆਂ ਨੂੰ ਲੈ ਕੇ ਇਸ ਥਾਣੇ ਦੇ ਵਿੱਚ ਆਏ ਆ, ਇੱਥੇ ਉਹਨਾਂ ਨੂੰ ਆਉਂਦਿਆਂ ਨੂੰ ਇੱਥੇ ਅਣਗੌਲਿਆਂ ਕੀਤਾ ਗਿਆ ਆ। ਕੋਈ ਸੁਣਵਾਈ ਨਹੀਂ ਕੀਤੀ ਗਈ। ਅੱਗੋਂ ਹੀ ਜਿਹੜੀਆਂ ਆਗੂਆਂ ਨੂੰ ਹਿਜਤਾਂ ਕੀਤੀਆਂ ਜਾਂਦੀਆਂ ਆ ਵੀ ਜੇਕਰ ਚੋਰਾਂ ਦੀ ਗੱਲ ਕਰਦੇ ਆ ਤੇ ਕਹਿੰਦੇ ਵੀ ਚੋਰ ਤੁਸੀਂ ਸਾਨੂੰ ਫੜ ਕੇ ਦਿਓ। ਅਸੀਂ ਇੱਥੋਂ ਕਹਿਣਾ ਚਾਹੁੰਦੇ ਆ ਵੀ ਜੋ ਲੋਕ ਬਦਲਾਅ ਭਾਲਦੇ ਸੀ ਵੀ ਬਦਲਾਅ ਆਊਗਾ, ਜੋ ਅੱਜ ਦੀਆਂ ਸਰਕਾਰਾਂ ਤੋਂ ਪਹਿਲਾਂ ਇਸ ਥਾਣੇ ਦਾ ਹਾਲ ਸੀਗਾ, ਆ ਹੁਣ ਵੀ 7-8 ਮਹੀਨੇ ਲਗਾਤਾਰ ਇੱਥੇ ਲਗਾਤਾਰ ਵੇਖਦੇ ਆ ਰਹੇ ਆ। ਐਸੇ ਤਰੀਕੇ ਨਾਲ ਜਿਹੜੀਆਂ ਵਾਰਦਾਤਾਂ ਆ, ਚੋਰੀ ਦੀਆਂ, ਲੁੱਟਾਂ ਖੋਹਾਂ ਦੀਆਂ, ਡਕੈਤੀਆਂ ਦੀਆਂ, ਨਸ਼ੇ ਦੀਆਂ ਲਗਾਤਾਰ ਜਿਹੜੀਆਂ ਇਸ ਇਲਾਕੇ ਦੇ ਸੰਬੰਧ ਵਿੱਚ ਹੋ ਰਹੀਆਂ। ਲੋਕ ਦਹਿਸ਼ਤ ਦੇ ਮਾਹੌਲ ਦੇ ਵਿੱਚ ਆ। ਅੱਗੇ ਕਿਸਾਨ ਕਰਜ਼ੇ ਦੀ ਮਾਰ ਥੱਲੇ ਆ। ਮਹਿੰਗੇ ਭਾਰੀਆਂ ਮੋਟਰਾਂ ਜਦੋਂ ਚੋਰੀ ਹੁੰਦੀਆਂ ਤਾਂ ਦੁਬਾਰਾ ਉਹਨੂੰ ਫਿਰ ਕਰਜ਼ਾ ਚੁੱਕ ਕੇ ਮੋਟਰਾਂ ਜਿਹੜੀਆਂ ਆਪਣੀ ਖੇਤੀ ਸਾਂਭਣ ਵਾਸਤੇ ਲਾਉਣੀਆਂ ਪੈਂਦੀਆਂ। ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰ ਰਿਹਾ। ਮਸਲਿਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਆ। ਇਸੇ ਕਿਵੇਂ ਵੱਡੀਆਂ ਕੀਮਤੀ ਮੱਝਾਂ ਜਿਹੜੀਆਂ ਉਹ ਵੀ ਇਲਾਕੇ 'ਚੋਂ ਵੱਡੀ ਪੱਧਰ 'ਤੇ ਜਿਹੜੀਆਂ ਚੋਰੀ ਹੋ ਰਹੀਆਂ। ਅੱਜ ਗੁਰਦਾਸਪੁਰ ਦੇ ਸਥਾਨਕ ਬਟਾਲਾ ਰੋਡ ਤੇ ਛੋਟਾ ਹਾਥੀ ਚਾਲਕਾਂ ਵੱਲੋਂ ਈ ਰਿਕਸ਼ਾ ਚਾਲਕਾਂ ਨੂੰ ਜੋ ਸਵਾਰੀਆਂ ਲੈ ਕੇ ਜਾਣ ਦੀ ਹੱਦ ਦਿੱਤੀ ਗਈ ਸੀ, ਉਸ ਤੋਂ ਪਾਰ ਹੋਣ ਤੇ ਛੋਟਾ ਹਾਥੀ ਚਾਲਕਾਂ ਨੇ ਈ ਰਿਕਸ਼ਾ ਨੂੰ ਰੋਕ ਕੇ ਰਿਕਸ਼ੇ ਵਿੱਚੋਂ ਸਵਾਰੀਆਂ ਉਤਾਰੀਆਂ, ਜਿਸ ਨੂੰ ਲੈ ਕੇ ਰਿਕਸ਼ਾ ਚਾਲਕਾਂ ਅਤੇ ਛੋਟਾ ਹਾਥੀ ਚਾਲਕਾਂ ਵਿੱਚ ਤਿੱਖੀ ਬਹਿਸ ਹੋ ਗਈ, ਜਿਸ ਕਾਰਨ ਸਵਾਰੀਆਂ ਨੂੰ ਖੱਜਲ ਖੁਆਰ ਹੋਣਾ ਪਿਆ। ਮਤਲਬ ਅਬਰੋਲ ਤੱਕ ਇਹਨਾਂ ਨੂੰ ਦਿੱਤਾ ਹੈ ਕਿ ਅਬਰੋਲ ਤੱਕ ਸਵਾਰੀ ਲਿਆਓ ਤੇ ਆਪਣਾ ਸਾਰੇ ਸ਼ਹਿਰ 'ਚ ਆਪਣੀ ਸਵਾਰੀ ਚਲੋ ਚੁੱਕੋ। ਇਹਨਾਂ ਨਾਲ ਸਾਡਾ ਡੀਸੀ ਨਾਲ ਵੀ ਫੈਸਲਾ ਹੋਇਆ, ਬਹਿ ਕੇ ਟ੍ਰੈਫਿਕ ਵਾਲਿਆਂ ਨਾਲ ਵੀ ਫੈਸਲਾ ਹੋਇਆ। ਜੋ ਵੀ ਇਹਨਾਂ ਦੇ ਪ੍ਰਸ਼ਾਸਨ ਨੇ ਜੋ ਵੀ ਇਹਨਾਂ ਨਾਲ ਮਤਲਬ ਕੀਤਾ ਸਭ ਕੁਝ ਸਹੀ ਕੀਤਾ। ਈ ਰਿਕਸ਼ਾ ਵਾਲਿਆਂ ਨੇ ਸਾਰਾ ਜੀਣਾ ਹੀ ਹਰਾਮ ਕਰ ਛੱਡਿਆ ਵੀ ਇਹ ਹਸਪੀਟਲ ਤੱਕ ਸਵਾਰੀ ਖੜਦੇ ਆ, ਬੱਬਰੀ ਤੱਕ ਖੜਦੇ ਆ, ਕਿਉਂਕਿ ਸਾਨੂੰ ਸਵਾਰੀ ਕੋਈ ਨਹੀਂ ਮਿਲਦੀ। 2-2.5 ਘੰਟੇ ਸਾਡੇ ਬੰਦੇ ਬੈਠੇ ਰਹਿੰਦੇ ਆ ਤੇ ਉਹਨਾਂ ਨੂੰ ਸਵਾਰੀ ਕੋਈ ਨਹੀਂ ਮਿਲਦੀ। ਮੇਰਾ ਨਾਮ ਜਸਪਾਲ ਸਿੰਘ ਬੱਬੇ ਵਾਲੀ ਹੈ ਜੀ। ਕੀ ਮਸਲਾ ਜੀ? ਮਸਲਾ ਭਾਜੀ ਇਹ ਹੈ ਵੀ ਇਹ ਜਿਹੜੇ ਈ ਰਿਕਸ਼ਾ ਵਾਲੇ ਆ ਇਹਨਾਂ ਨੇ ਸਾਡਾ ਬਹੁਤ ਨੱਕ 'ਚ ਦਮ ਕੀਤਾ ਹੋਇਆ
ਅਸੀਂ ਗੱਡੀਆਂ ਤੇ ਟੈਕਸ ਉਤਾਰਨੇ ਆ, ਮਤਲਬ ਹਰ ਇੱਕ ਤਰ੍ਹਾਂ ਦਾ ਕਾਗਜ਼ ਪੂਰਾ ਰੱਖਿਆ ਹੋਇਆ। ਪਰ ਇਹ ਬੰਦੇ ਜਿਹੜੇ ਆ, ਨਾ ਇਹਨਾਂ ਕੋਲ ਕੋਈ ਟੈਕਸ ਆ, ਨਾ ਇਹਨਾਂ ਕੋਲ ਕੋਈ ਪਰਮਿਟ ਆ, ਨਾ ਇਹਨਾਂ ਕੋਲ ਕੋਈ ਲਾਇਸੈਂਸ ਵਾ। ਇਹਨਾਂ ਨਾਲ ਸਾਡੀ ਬਹਿ ਕੇ ਗੱਲਬਾਤ ਵੀ ਹੋਈ ਆ, ਮੁਲਾਜ਼ਮਾਂ ਨਾਲ ਬਹਿ ਕੇ ਗੱਲਬਾਤ ਹੋਈ ਆ ਕਿ ਸਿਰਫ ਤੁਸੀਂ ਓਨਲੀ ਜਿਹੜਾ ਨਾ ਕਾਨੂੰਨ ਚੌਂਕ ਤੱਕ ਜਾਣਾ। ਅਸੀਂ ਫਿਰ ਵੀ ਆਪਣੇ ਤੌਰ ਤੇ ਇਹਨਾਂ ਨੂੰ ਕਹਿਤਾ ਵੀ ਤੁਸੀਂ ਜਿਹੜਾ ਨਾ ਅਬਰੋਲ ਤੱਕ ਜਾ ਸਕਦੇ ਹੋ, ਕੋਈ ਗੱਲ ਨਹੀਂ। ਪਰ ਇਹ ਭਾਜੀ ਜਿੰਨੀਆਂ ਮਰਜ਼ੀ ਸਵਾਰੀਆਂ ਲੱਦ ਕੇ ਨਾ ਹਸਪਤਾਲ ਤੱਕ, ਧਾਰੀਵਾਲ ਤੱਕ ਇਹ ਰਿਕਸ਼ੇ ਲੈ ਕੇ ਜਾ ਰਹੇ ਆ, ਜਦੋਂ ਕਿ ਇਹਨਾਂ ਨੂੰ ਮਨਾਹੀ ਕੀਤੀ ਆ ਵੀ ਤੁਸੀਂ ਨਹੀਂ ਜਾਣਾ। ਉਹਦੇ ਵਿੱਚ ਸਾਡਾ ਨੁਕਸਾਨ ਹੁੰਦਾ ਭਾਜੀ। ਅਸੀਂ ਸਾਰਾ ਕੁਝ ਰੱਖਿਆ, ਇੰਸ਼ੋਰੈਂਸ ਵਗੈਰਾ ਜੋ ਵੀ ਆ, ਕਾਗਜ਼ ਪੱਤਰ ਸਾਰੇ ਪੂਰੇ ਆ ਸਾਡੇ। ਪਰ ਇਹ ਜਿਹੜੇ ਆ ਇਹ ਇਦਾਂ ਨਜਾਇਜ਼ ਹੀ ਲਈ ਜਾਂਦੇ ਆ। ਜੇ ਇਹਨਾਂ ਨੂੰ ਅਸੀਂ ਡੱਕਦੇ ਆ, ਇਹ ਸਗੋਂ ਸਾਡੇ ਗਲ ਪੈਂਦੇ ਆ। ਬਟਾਲਾ ਦੇ ਨਿੱਜੀ ਪੀਜੀਆਈ ਸਕੈਨਿੰਗ ਸੈਂਟਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਦੇ ਨੌਜਵਾਨਾਂ ਨੂੰ ਪੁਲਿਸ ਲੋਕਾਂ ਨੇ ਕਾਬੂ ਕਰ ਲਿਆ। ਗੁੱਸੇ ਵਿੱਚ ਆਏ ਲੋਕਾਂ ਨੇ ਚੋਰ ਨੌਜਵਾਨ ਨੂੰ ਰੱਸੀ ਨਾਲ ਬੰਨ੍ਹਿਆ। ਪਹਿਲਾਂ ਵੀ ਇਸੇ ਸਕੈਨਿੰਗ ਸੈਂਟਰ ਦੇ ਬਾਹਰੋਂ ਚੋਰੀ ਕੀਤਾ ਗਿਆ ਸੀ ਮੋਟਰਸਾਈਕਲ। ਨਸ਼ੇ ਦੀ ਪੂਰਤੀ ਲਈ ਕਰਦਾ ਸੀ ਇਹ ਚੋਰੀਆਂ। ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਬਹਰਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੀ ਨਾਮ? ਜਗਦੀਪ ਸਿੰਘ ਭਾਜੀ। ਕਿੱਥੇ ਦਾ ਰਹਿਣ ਵਾਲਾ? ਬੋਝਾ ਭਾਜੀ। ਕਿੱਥੇ ਆ ਉਹ ਪਿੰਡ? ਮੈਚੇ ਲੱਗੇ ਭਾਜੀ। ਇੱਥੇ ਕਰਨਾ ਹੈ? ਇੱਥੇ ਦਾ ਭਾਜੀ ਕੋਈ ਦਵਾਈ ਲੈਣ ਆਏ ਉਹ ਲਈ। ਅੱਛਾ, ਪਹਿਲਾਂ ਕਿੰਨੇ ਕੁ ਮੋਟਰਸਾਈਕਲ ਚੁੱਕੇ? ਇੱਕੋ ਭਾਜੀ। ਇੱਕੋ ਭਾਜੀ। ਇੱਕ ਪਹਿਲਾਂ ਚੁੱਕਿਆ ਸੀ? ਅੱਜ ਵੀ ਮੋਟਰਸਾਈਕਲ ਚੋਰੀ ਕਰਨ ਆਇਆ ਨਾ? ਇੱਥੇ ਖਲੋਤਾ ਬਾਹਰ ਭਾਜੀ। ਹਾਂਜੀ ਉੱਥੇ ਮੋਟਰਸਾਈਕਲ ਚੋਰੀ ਕਰਨ ਆਇਆ ਨਾ? ਕਿੰਨੇ ਫੜਿਆ ਫਿਰ ਤੈਨੂੰ? ਸਕਿਉਰਟੀਦਾਰ ਭਾਜੀ। ਕਿੱਦਾਂ ਫੜਿਆ? ਚਾਬੀ ਲਾਈ ਕੀ ਕੀਤਾ? ਜੀ ਭਾਜਿਆ ਭਾਜੀ। ਕਿੰਨੇ ਕੋ ਪਹਿਲਾਂ ਮੋਟਰਸਾਈਕਲ ਚੋਰੀ ਕੀਤੇ ਆ? ਇੱਕੋ ਭਾਜੀ। ਪਹਿਲਾਂ ਕਿੰਨੇ ਕੀਤੇ ਆ? ਇੱਕੋ ਭਾਜੀ। ਆ ਦੂਸਰਾ ਹੀ ਮੋਟਰਸਾਈਕਲ ਚੋਰੀ ਕਰਨਾ ਆ? ਹਾਂਜੀ। ਤੇ ਮੋਟਰਸਾਈਕਲ ਚੋਰੀ ਕਰਕੇ ਕਰਦੇ ਕੀ ਹੋ? ਇੱਦਾਂ ਕੋਈ ਮੰਗੇ ਭਾਜੀ ਲੈ ਲੈਂਦਾ ਕੋਈ। ਕਿਸ ਤਰ੍ਹਾਂ ਕਿੰਨੇ ਦਾ ਵੇਚਦੇ ਹੋ ਮੋਟਰਸਾਈਕਲ ਚੋਰੀ ਕਰਕੇ? 5000 ਦਾ। ਕੀ ਕਰਦਾ ਪੈਸੇ? ਕਿਉਂ ਚੋਰੀ ਕਰਦਾ? ਨਸ਼ੇ ਦਾ ਕਰਕੇ ਭਾਜੀ। ਕਿਹੜਾ ਨਸ਼ਾ ਕਰਦਾ? ਚਿੱਟੇ ਦਾ ਭਾਜੀ। ਇੱਥੇ ਸਿਕਿਉਰਿਟੀ ਗਾਰਡ ਆ। ਮੈਂ ਬਾਹਰ ਬੈਠਾ ਕੁਰਸੀ ਤੇ ਧਿਆਨ ਰੱਖਣ ਦਿਆ ਮੋਟਰਸਾਈਕਲਾਂ ਦਾ ਹੀ। ਇੰਨੇ ਦਿਨ ਨੂੰ ਅੰਦਰੋਂ ਬਾਹਰ ਨਿਕਲਿਆ ਵਾ ਤੇ ਮੋਟਰਸਾਈਕਲ ਨੂੰ ਚਾਬੀ ਲਾਈ, 2-3 ਵਾਰ ਚਾਬੀ ਲਾਈ ਇਹਨੇ ਤੇ ਚਾਬੀ ਨਹੀਂ ਲੱਗੀ ਤੇ ਮੈਨੂੰ ਸ਼ੱਕ ਜਿਹਾ ਪਿਆ ਤੇ ਮੈਂ ਚਾਹ ਦਿਆਂ ਪੀਣ। ਮੈਂ ਗਲਾਸੀ ਰੱਖੀ ਤੇ ਇਹਨੇ ਚਾਬੀ ਲਾ ਕੇ ਮੋਟਰਸਾਈਕਲ ਪਿੱਛੇ ਨੂੰ ਕੀਤਾ ਹੀ ਅਜੇ ਕਰਕੇ ਤੇ ਮੈਂ ਲਾਗੇ ਗਿਆ ਇਹਦੇ। ਮੈਂ ਵੀਰੇ ਗਲਾਸੀ ਤੇਰਾ ਮੋਟਰਸਾਈਕਲ ਆ? ਕਹਿੰਦਾ ਕਿ ਮੇਰਾ ਵਾ। ਮੈਂ ਇਦਾਂ ਨਹੀਂ ਮੈਨੂੰ ਸ਼ੱਕ ਪੈਂਦਾ ਪਿਆ ਵਾ, ਤੂੰ ਮੋਟਰਸਾਈਕਲ ਲਾ ਇੱਥੇ ਤੇ ਅੰਦਰ ਚੱਲ ਜਾ। ਕਿਹਦੇ ਨਾਲ ਆਇਆ ਵਾ? ਕਹਿੰਦਾ ਮੇਰੀ ਘਰ ਦੀ ਆਈ ਆ। ਮੈਂ ਆਪਣੇ ਘਰ ਦੀ ਨਾਲ ਮਿਲਾ ਦੇ ਮੈਨੂੰ। ਅੰਦਰ ਗਿਆ ਤਾਂ ਮਾਤਾ ਨੂੰ ਕਹਿੰਦਾ ਕਿ ਮਾਤਾ ਤੇ ਮੇਰੀ ਘਰ ਦੀ ਬੈਠੀ ਸੀ ਤੇ ਮਾਤਾ ਕਹਿੰਦੀ ਪੁੱਤ ਮੈਨੂੰ ਨਹੀਂ ਪਤਾ। ਤੇ ਮੈਂ ਮਾਤਾ ਨੂੰ ਪੁੱਛਿਆ, ਮੈਂ ਤੁਹਾਡੇ ਨਾਲ ਆਇਆ ਵਾ? ਕਹਿੰਦੀ ਨਹੀਂ। ਫਿਰ ਮੈਂ ਬਾਹਰ ਆ ਕੇ ਇਹਨੂੰ ਕਿਹਾ ਵਾ ਕਿ ਤੂੰ ਇੱਥੇ 2 ਮਿੰਟ ਰੁਕ ਤੇ ਮੈਂ ਮੋਟਰਸਾਈਕਲ ਨੰਬਰ ਲੈ ਕੇ ਆਵਾਜ਼ ਮਾਰਨਾ ਅੰਦਰ ਵੀ ਕਿਹਦਾ ਮੋਟਰਸਾਈਕਲ ਹੈਗਾ। ਇਹਨੇ ਤੋਂ ਹੱਥ ਛਡਾ ਕੇ ਮੇਰਾ ਭੱਜਿਆ ਇੱਧਰ ਨੂੰ ਚੁੰਗੀ ਵਾਲੇ ਪਾਸੇ ਨੂੰ। ਮੈਂ ਵੀ ਜਿੰਨਾ ਕੁ ਭੱਜ ਸਕਦਾ ਭੱਜਿਆ। ਇੱਕ ਮੁੰਡਾ ਮਗਰੋਂ ਆਇਆ ਤੇ ਮੈਨੂੰ ਕਹਿੰਦਾ ਕੀ ਹੋਇਆ? ਆਹ ਮੁੰਡਾ ਗਿਆ। ਕਹਿੰਦਾ ਕੀ ਹੋਇਆ? ਮੈਂ ਮੋਟਰਸਾਈਕਲ ਚੋਰੀ ਕਰਨ ਲੱਗਾ ਹੈਗਾ। ਮੈਂ ਫੜ ਲਿਆ ਸਾਨੂੰ ਭੱਜ ਗਿਆ। ਅੱਗੇ ਲੱਗੀ ਬੱਸ ਅੱਗੇ ਤੇ ਅੱਗੋਂ ਦੀ ਆ ਕੇ ਨਾ ਤੇ ਅਗਲੀ ਸੀਟ ਤੇ ਚੜ ਗਿਆ ਬਾਰੀ ਰਾਹੀਂ ਤੇ ਮੈਨੂੰ ਲੱਗਿਆ ਪਤਾ ਕਿ ਮੈਂ ਚੜ ਗਿਆ ਵਾ। ਇਹ ਮੁੰਡਾ ਅੱਗੇ ਚੱਲ ਗਿਆ। ਇਹਨੇ ਵੇਖਿਆ ਪਿਛਲੇ ਪਾਸੇ ਨੂੰ ਕਿ ਮੁੰਡਾ ਲੱਭਾ ਨਹੀਂਗਾ, ਬੱਸ ਵਿੱਚ ਚੜਿਆ ਵਾ। ਇੰਨੇ ਦਿਨ ਨੂੰ ਇੱਕ ਮਾਤਾ ਉਤਰਨ ਦੇ ਉਹਦੇ ਕਰਕੇ ਬੱਸ ਲੇਟ ਹੋ ਗਈ ਥੋੜੀ ਜਿਹੀ। ਇਹ ਅੱਗੇ ਆ ਕੇ ਮਾਨਾ ਖਲੋਤਾ ਵਾ। ਮੈਂ ਅੱਗੇ ਵੇਖਿਆ ਤੇ ਅੱਗੇ ਖਲੋਤਾ, ਮੈਨੂੰ ਫੜ ਕੇ ਮੱਥੇ ਲਾ ਲਿਆ। ਮੈਂ ਵੀਰੇ ਆਇਆ ਇੱਧਰ। ਪੰਜਾਬ ਵਿੱਚ ਹੁਣ ਤਸਕਰੀ ਦਾ ਨਵਾਂ ਤਰੀਕਾ ਤਸਕਰਾਂ ਵੱਲੋਂ ਕੱਢਿਆ ਗਿਆ ਹੈ। ਸ਼ਰਾਬ ਤਸਕਰਾਂ ਵੱਲੋਂ ਹੁਣ ਪੰਜਾਬ ਤੋਂ ਬਿਹਾਰ ਨੂੰ ਸ਼ਰਾਬ ਦੀ ਤਸਕਰੀ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਪੰਜਾਬ ਹਰਿਆਣਾ ਬਾਰਡਰ ਤੇ ਸਥਿਤ ਚੌਂਕੀ ਪਥਰਾਲਾ ਵਿਖੇ ਸ਼ਰਾਬ ਦੀਆਂ 400 ਪੇਟੀਆਂ ਲੈ ਕੇ ਜਾ ਰਹੇ ਇੱਕ ਟਰੱਕ ਸਣੇ 2 ਲੋਕਾਂ ਨੂੰ ਕਾਬੂ ਕੀਤਾ ਹੈ। ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਥਾਣਾ ਸੰਗਤ ਦੇ ਵਿੱਚ ਵੀ ਜਿਹੜੇ ਕੁਝ ਬੰਦੇ ਕੁਝ ਮੁਕਤਸਰ ਸਾਈਡ ਦੇ ਕੁਝ ਠੇਕੇਦਾਰ ਹੈਗੇ ਆ ਜਿਹੜੇ ਬਾਹਰਲੀ ਸਟੇਟ ਦੇ ਵਿੱਚ ਕੁਝ ਦਾਰੂ ਜਿਹੜੀ ਹੈਗੀ ਸਪਲਾਈ ਕਰਦੇ, ਸਮਗਲਿੰਗ ਕਰਦੇ। ਉਸ ਸੰਬੰਧ ਦੇ ਵਿੱਚ ਮੁਖਬਰੀ ਦੇ ਆਧਾਰ ਤੇ ਅਸੀਂ ਜਿਹੜੀ ਕਾਰਵਾਈ ਕਰਦੇ ਹੋਏ ਨਾਕਾਬੰਦੀ ਦੌਰਾਨ ਜਿਹੜਾ ਇੱਕ ਟਰੱਕ ਜਿਹੜਾ ਦਾਰੂ ਦਾ ਕਾਬੂ ਕੀਤਾ। ਨਾਲ ਅਸੀਂ 2 ਬੰਦੇ ਗ੍ਰਿਫਤਾਰ ਕੀਤੇ ਨੇ। ਇੱਕ ਬੰਦਾ ਜਿਹੜਾ ਹੈਗਾ ਅਮਨਦੀਪ ਸਿੰਘ ਹੈ, ਦੂਸਰਾ ਬੰਦਾ ਹੈਗਾ ਵਿਜੇ ਸੋਨੀ। ਇਹ ਦੋਨੋਂ ਬੰਦੇ ਹਰਿਆਣਾ ਦੇ ਰਹਿਣ ਵਾਲੇ ਨੇ। ਇਹਨਾਂ ਟਰੱਕ ਦੇ ਵਿੱਚ ਇੱਕ ਕੰਸੀਲਡ ਬੋਡੀ ਬਣਾ ਕੇ ਜਿਹਦੇ ਵਿੱਚ ਦਾਰੂ ਅੰਦਰ ਡੱਬਿਆਂ ਦੇ ਵਿੱਚ ਛੁਪਾ ਕੇ ਜਿਹੜੀ ਲੈ ਕੇ ਸਮਗਲਿੰਗ ਕਰਦੇ ਸੀਗੇ। ਇਹ ਅੰਗਰੇਜ਼ੀ ਬ੍ਰਾਂਡ ਦੇ ਹੈਗੇ, ਮੈਕਡੋਵਲ ਟਾਈਪ ਹੈਗੇ ਆ ਤੇ ਕੁੱਲ 440 ਜਿਹੜੀਆਂ ਪੇਟੀਆਂ ਹੈਗੀਆਂ ਨੇ ਇਹਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ। ਨਾਭਾ ਦੇ ਵਿਧਾਇਕ ਦੇਵ ਮਾਨ ਨੇ ਨਰਿੰਦਰ ਕੌਰ ਭਰਾਜ ਦੇ ਵਿਆਹ ਦੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਨਾਭਾ ਅਤੇ ਦਫ਼ਤਰ ਪਾਰਟੀ ਵਰਕਰਾਂ ਵਿੱਚ ਲੱਡੂ ਵੰਡ ਕੇ ਖੁਸ਼ੀ ਵਧਾਈ। ਵਿਧਾਇਕ ਦੇਵ ਮਾਨ ਨੇ ਕਿਹਾ ਕਿ ਅੱਜ ਸਾਡੀ ਭੈਣ ਨਰਿੰਦਰ ਕੌਰ ਭਰਾਜ ਦਾ ਵਿਆਹ ਹੈ, ਸਾਨੂੰ ਬਹੁਤ ਖੁਸ਼ੀ ਹੈ ਅਤੇ ਮੈਂ ਆਪਣੇ ਵੱਲੋਂ ਮੁਬਾਰਕਾਂ ਦਿੰਦਾ ਹਾਂ। ਐਮਐਲਏ ਨਾਭਾ ਅੱਜ ਬਹੁਤ ਹੀ ਮੁਬਾਰਕ ਦਿਨ ਹੈ, ਬਹੁਤ ਹੀ ਖੁਸ਼ੀ ਦਾ ਦਿਨ ਹੈ ਔਰ ਅਸੀਂ ਖੁਸ਼ੀ ਜਿਹੜੀ ਉਹ ਜ਼ਾਹਰ ਕਰਨੀ ਚਾਹੁੰਦੇ ਹਾਂ। ਅੱਜ ਸਾਡੀ ਭੈਣ ਨਰਿੰਦਰ ਕੌਰ ਭਰਾਜ ਐਮਐਲਏ ਸੰਗਰੂਰ ਤੇ ਉਹਨਾਂ ਦਾ ਵਿਆਹ ਜੀ ਔਰ ਅਸੀਂ ਨਾਭਾ ਐਮਐਲਏ ਦਫ਼ਤਰ ਦੇ ਵਿੱਚ ਅਸੀਂ ਸਾਰੇ ਜਿਹੜੀ ਖੁਸ਼ੀ ਜ਼ਾਹਰ ਕਰ ਰਹੇ ਹਾਂ। ਰਾਜਵੰਤ ਸਿੰਘ ਜੀ ਕੋਲੀ
ਆਏ ਦਿਨ ਪੈਸਿਆਂ ਦੇ ਲਾਲਚ ਅਤੇ ਡਾਕਟਰਾਂ ਦੀ ਅਣਗਹਿਲੀ ਦੇ ਚੱਲਦਿਆਂ ਮਰੀਜ਼ਾਂ ਦੀ ਜਾਨ ਨਾਲ ਖਿਲਵਾੜ ਕਰਨ ਦੀਆਂ ਘਟਨਾਵਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਪਰ ਇਨ੍ਹਾਂ ਪੈਸੇ ਦੇ ਲਾਲਚੀ ਅਤੇ ਡਾਕਟਰੀ ਪੇਸ਼ੇ ਨੂੰ ਬਦਨਾਮ ਕਰਨ ਵਾਲੇ ਲੋਕਾਂ ਖਿਲਾਫ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਉਠਾਇਆ ਜਾਂਦਾ, ਜਾਂ ਫਿਰ ਇਹ ਲੋਕ ਕਾਗਜ਼ੀ ਪੱਤਰੀ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰ ਲੈਂਦੇ ਹਨ, ਜਿਸ ਦਾ ਖਮਿਆਜਾ ਡਾਕਟਰਾਂ ਨੂੰ ਰੱਬ ਦਾ ਰੂਪ ਸਮਝਣ ਵਾਲੇ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬ੍ਰਹਮਪੁਰਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਆਸ਼ਾ ਵਰਕਰ ਦੇ ਲਾਲਚ ਅਤੇ ਨਿੱਜੀ ਹਸਪਤਾਲ ਦੇ ਡਾਕਟਰ ਵੱਲੋਂ ਕੀਤੀ ਗਈ ਅਣਗਹਿਲੀ ਕਾਰਨ ਗਰਭਵਤੀ ਮਹਿਲਾ ਨੂੰ ਆਪਣਾ ਬੱਚਾ ਗਵਾਉਣਾ ਪਿਆ ਤੇ ਉਹ ਖੁਦ ਵੀ ਮੌਤ ਕਿਨਾਰੇ ਪਹੁੰਚ ਗਏ। ਆਸ਼ਾ ਵਰਕਰ ਨਹੀਂ ਖੜਿਆ ਸੀ ਨਾਲ, ਉਹ ਇਹ ਨਾਂ ਦਾ ਤੇ ਪਤਾ ਨਹੀਂ ਕੀ ਨਾਂ ਸੀ, ਹਾਂ ਨਹੀਂ ਉਹ ਦੂਜੀ ਪਰਮਜੀਤ ਕੌਰ ਆਸ਼ਾ ਵਰਕਰ ਆ, ਉਹਨੇ ਨਾਲ ਖੜਿਆ ਸੀਗਾ ਉੱਥੋਂ ਜਦੋਂ ਡਾਕਟਰ ਨੇ ਜਵਾਬ ਦੇ ਦਿੱਤਾ, ਜਿਹੜੇ ਸਰਕਾਰੀ ਹਸਪੀਟਲ ਦੇ ਡਾਕਟਰ ਸੀਗੇ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਇਹ ਆਪਰੇਟ ਹੋਊਗਾ, ਇੱਥੇ ਸਾਡੇ ਇੰਤਜ਼ਾਮ ਹੈ ਨਹੀਂ ਆ ਤੇ ਤੁਸੀਂ ਤਰਨਤਾਰਨ ਸਰਕਾਰੀ ਹਸਪੀਟਲ ਲੈ ਜਾਓ। ਇਹਨਾਂ ਨੇ ਉੱਥੋਂ ਸਰਕਾਰੀ ਹਸਪੀਟਲ ਖੜਨਾ ਸੀਗਾ ਤੇ ਉੱਥੋਂ ਜਦੋਂ ਬਾਹਰ ਨਿਕਲੇ ਤੇ ਆਸ਼ਾ ਵਰਕਰ ਨੇ ਕਿਹਾ ਕਿ ਜਿਹੜੀ ਪੱਟੀ ਗਗਨ ਹਸਪੀਟਲ ਆ ਕੋਈ, ਉਹਦੇ ਨਾਲੋਂ ਕਹਿੰਦੇ ਵੀ ਇਹ ਸਿਆਣੀ ਇੱਥੇ ਹੋਰ ਕੋਈ ਨਹੀਂ ਹੈਗੀ ਨਰਸ। ਉਹ ਇਹਨਾਂ ਨੂੰ ਕੰਪੈਲ ਕਰਕੇ ਤੇ ਉੱਥੇ ਲੈ ਗਏ। ਉੱਥੇ ਖੜ ਕੇ ਤੇ ਜਦੋਂ ਐਡਮਿਟ ਕਰਵਾਇਆ ਤੇ ਉਹਨਾਂ ਨੇ ਕੀ ਕੀਤਾ ਵੀ ਆਪਰੇਟ ਕੀਤਾ। ਆਪਰੇਟ ਜਿਹੜਾ ਕੀਤਾ ਵਾ ਪਹਿਲਾਂ ਪਤਾ ਨਹੀਂ ਕਿੱਦਾਂ ਉਹਨਾਂ ਨੇ ਕੀਤਾ ਕਿੱਦਾਂ ਨਹੀਂ ਕੀਤਾ। ਬੱਚਾ ਜਦੋਂ ਉਹਨਾਂ ਨੇ ਆਪਰੇਸ਼ਨ ਹੋਇਆ, ਆਪਰੇਸ਼ਨ ਹੋਣ ਤੋਂ ਬਾਅਦ ਬੱਚਾ ਜਦੋਂ ਇਹਨਾਂ ਦੇ ਚਾਚੀ ਜੀ ਹੁਣਾਂ ਦੇ ਝੋਲੇ 'ਚ ਪਾਇਆ ਉਦੋਂ ਸਾਹ ਲੈਂਦਾ ਸੀਗਾ। ਸਾਹ ਲੈਣ ਤੋਂ ਬਾਅਦ ਬੱਚਾ ਜਿਹੜਾ ਐਕਸਪਾਇਰ ਹੋ ਗਿਆ। ਫਿਰ ਉਹਨਾਂ ਨੇ ਮਤਲਬ ਕਿ ਆਪਰੇਸ਼ਨ ਵੀ ਹੱਦੋਂ ਜਿਹੜਾ ਵੱਧ ਜਿਹੜਾ ਉਹਨਾਂ ਨੇ ਕੀਤਾ ਵਾ, ਦੁੱਖ ਤਕਲੀਫ ਬਹੁਤ ਜ਼ਿਆਦਾ ਦਿੱਤੀ ਆ। ਫਿਰ ਜਿਹੜਾ ਉਹਨਾਂ ਦਾ ਬਲੱਡ ਸੀਗਾ ਉਹ ਵੀ ਅੰਦਰ ਪੈਂਦਾ ਰਿਹਾ ਵਾ। ਬਾਥਰੂਮ ਦੀ ਜਿਹੜੀ ਪਾਈਪ ਲੱਗੀ ਸੀਗੀ ਉਹ ਪਾਈਪ ਰਾਹੀਂ ਬਾਥਰੂਮ ਨਹੀਂ ਆਇਆ, ਉਹ ਵੀ ਅੰਦਰ ਹੀ ਪੈਂਦਾ ਰਿਹਾ ਵਾ। ਤੇ ਜਿਹੜੇ ਟਾਂਕੇ ਲਾਏ ਸੀਗੇ ਟਾਂਕਿਆਂ ਦੇ ਨਾਲ ਬਾਹਰ ਖੂਨ ਸਿਮਦਾ ਰਿਹਾ। ਫਿਰ ਇਹਨਾਂ ਨੇ ਕੀ ਕੀਤਾ ਵੀ ਰਾਤ 12 ਵਜੇ ਇਹ ਛੋਟੇ ਭਰਾ ਦੇ ਵਾਈਫ ਆ, ਇਹ ਉੱਥੇ ਕੋਲ ਸੀਗੇ, ਇਹਨਾਂ ਨੂੰ ਬਾਹਰ ਘੱਲ ਕੇ ਸਾਰਿਆਂ ਨੂੰ, ਚਾਚੀ ਜੀ ਉਹਨਾਂ ਨੂੰ ਬਾਹਰ ਘੱਲ ਕੇ ਸਾਰਿਆਂ ਨੂੰ ਇਹਨੇ ਰਾਤ 12 ਵਜੇ ਦੁਬਾਰਾ ਟਾਂਕੇ ਖੋਲ੍ਹੇ ਆ। ਟਾਂਕੇ ਖੋਲ੍ਹ ਕੇ ਇਹਨੇ ਫਿਰ ਟਾਂਕੇ ਲਾਏ ਆ ਤੇ ਇਹਨਾਂ ਨੇ ਰੌਲਾ ਪਾਇਆ ਕਿ ਦੁਬਾਰਾ ਟਾਂਕੇ ਜਿਹੜੇ ਉਹ ਖੋਲ੍ਹਣ ਲੱਗੇ ਆ, ਤੁਸੀਂ ਕਿਉਂ ਖੋਲ੍ਹਣ ਲੱਗੇ ਆ? ਤੇ ਇਹਨਾਂ ਨੂੰ ਕਹਿੰਦੇ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਡਾਕਟਰ ਅਸੀਂ ਆ ਕਿ ਤੁਸੀਂ ਆ। ਫਿਰ ਇਹ ਬਾਹਰ ਆ ਗਏ ਆ ਵਿਚਾਰੇ ਡਰਦੇ, ਇਹਨਾਂ ਨੇ ਕੋਈ ਗੱਲ ਨਹੀਂ ਕੀਤੀ। ਫਿਰ ਉਹਨਾਂ ਨੇ ਕੀ ਕੀਤਾ ਵੀ ਰਾਤ ਉਹ ਤਕਲੀਫ ਦੇ ਵਿੱਚ, ਜਿਹੜੇ ਸਾਡੇ ਭਰਜਾਈ ਜੀ ਸੀ ਉਹਨਾਂ ਨੇ ਬਹੁਤ ਤਕਲੀਫ ਦੇ ਵਿੱਚ ਰਾਤ ਕੱਟੀ ਆ। ਪੇਟ ਰਾਤੋਂ ਰਾਤ ਫੁੱਲਦਾ ਗਿਆ। ਫਿਰ ਇਹਨਾਂ ਨੇ ਅਗਲੇ ਦਿਨ ਜਿਹੜਾ ਵਾ ਉਹ ਜਿਹੜਾ ਬਲੱਡ ਸੀਗਾ, ਬਲੱਡ ਵੀ ਉਹਨਾਂ ਦਾ ਬਹੁਤ ਜ਼ਿਆਦਾ ਮਤਲਬ ਘਟ ਗਿਆ ਸੀਗਾ, 4 ਗ੍ਰਾਮ ਸਾਰਾ ਬਲੱਡ ਰਹਿ ਗਿਆ ਸੀਗਾ। ਇਹਨਾਂ ਨੇ ਫਿਰ ਅਗਲੇ ਦਿਨ ਜਵਾਬ ਦੇ ਦਿੱਤਾ। ਇਹਨਾਂ ਨੇ ਬਾਹਾਂ ਖੜੀਆਂ ਕਰਤੀਆਂ, ਸਾਡਾ ਵੱਸ ਨਹੀਂ, ਤੁਸੀਂ ਬਚਾ ਲਓ ਜੇ ਬਚਦੀ ਆ। ਤੇ ਉਹਨਾਂ ਨੇ ਆਪਦੀ ਗੱਡੀ ਘੱਲੀ, ਆਪਦੇ ਬੰਦੇ ਘੱਲੇ ਆ, ਸਾਡੇ ਕੋਲੋਂ ਕੋਈ ਇਹਨਾਂ ਨੇ ਪੈਸਾ ਨਹੀਂ ਮੰਗਿਆ ਤੇ ਇਹਨਾਂ ਨੇ ਆਪਰੇਸ਼ਨ ਦਾ ਇਹਨਾਂ ਨੇ ਕੋਈ ਪੈਸਾ ਨਹੀਂ ਮੰਗਿਆ, ਆਪਦੇ ਕੋਲੋਂ ਗੱਡੀ ਘੱਲੀ ਆ। ਸਗੋਂ ਉੱਥੇ ਜਾ ਕੇ ਤੇ 2000 ਦੀ ਮੈਡੀਸਨ ਜਿਹੜੀ ਆ ਇਹਦੇ ਬੰਦਿਆਂ ਨੇ ਫ੍ਰੀ ਲੈ ਕੇ ਦਿੱਤੀ। ਕਹਿੰਦੇ ਕੋਈ ਗੱਲ ਨਹੀਂ, ਪੈਸਿਆਂ ਦੀ ਨਹੀਂ ਕੋਈ ਗੱਲ, ਤੁਸੀਂ ਆਪਣਾ ਜੀ ਬਚਾਓ। ਉੱਦਾਂ ਆਪਰੇਸ਼ਨ ਦਾ ਕਿੰਨਾ ਖਰਚਾ ਦੱਸਿਆ? ਉੱਦਾਂ ਆਪਰੇਸ਼ਨ ਦਾ ਕਿੰਨਾ ਖਰਚਾ? 50,000 ਰੁਪਇਆ ਦੱਸਿਆ ਸੀਗਾ ਜੀ। ਉੱਦਾਂ ਆਪਰੇਸ਼ਨ ਦਾ 50,000 ਰੁਪਇਆ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਤੇ ਆਪਣੀ ਅਣਗਹਿਲੀ ਕਰਕੇ ਉਹਨਾਂ ਕੋਈ ਪੈਸਾ ਨਹੀਂ ਮੰਗਿਆ ਜੀ। ਸੁਪਰੀਮ ਕੋਰਟ ਵੱਲੋਂ ਪਿਛਲੇ ਦਿਨੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਐਕਟ ਨੂੰ ਮਾਨਤਾ ਦੇਣ ਦੇ ਫੈਸਲੇ ਨੂੰ ਲੈ ਕੇ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਅਕਾਲੀ ਦਲ ਦੇ ਸੰਗਤ ਦੇ ਸਹਿਯੋਗ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਤੋਂ ਰੋਸ ਮਾਰਚ ਵੱਖ-ਵੱਖ ਮਾਰਗਾਂ ਤੋਂ ਹੁੰਦੇ ਹੋਏ ਸ਼ਾਮ ਨੂੰ ਗੁਰੂ ਨਗਰੀ ਵਿਖੇ ਪੁੱਜ ਕੇ ਸਮਾਪਤ ਹੋਏ। ਇਸ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਸਰਮੁਖ ਪੰਥ ਦੀ ਏਕਤਾ, ਚੜ੍ਹਦੀ ਕਲਾ ਤੇ ਸ਼੍ਰੋਮਣੀ ਕਮੇਟੀ ਨੂੰ ਤੋੜੇ ਜਾਣ ਵਿਰੁੱਧ ਆਰੰਭੇ ਪੰਥਕ ਸੰਘਰਸ਼ ਦੀ ਕਾਮਯਾਬੀ ਲਈ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਬਰਪਾਲ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਬੀਬੀ ਜੰਗੀਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਇਸ ਤੋਂ ਪਹਿਲਾਂ ਸ਼ਹਿਰ ਦੇ ਪ੍ਰਮੁੱਖ ਪ੍ਰਵੇਸ਼ ਦੁਆਰ ਗੋਲਡਨ ਗੇਟ ਵਿਖੇ ਤਿੰਨਾਂ ਰੋਸ ਮਾਰਚਾਂ ਦਾ ਜੈਕਾਰਾਂ ਦੀ ਗੂੰਜ ਨਾਲ ਸੰਗਤ ਦਾ ਸਵਾਗਤ ਕੀਤਾ ਗਿਆ। ਅਰਦਾਸ ਕਰਕੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਹੁਣੀ ਇਹ ਆਪਾਂ ਸਾਰਾ ਕਾਫਲਾ ਅੱਜ ਅੰਮ੍ਰਿਤ ਵੇਲੇ ਤੁਰਿਆ ਔਰ ਮੈਨੂੰ ਇਸ ਗੱਲ ਦੀ ਵੀ ਤਸੱਲੀ ਆ ਕਿ ਜਿਉਂ ਆਨੰਦਪੁਰ ਸਾਹਿਬ ਤੋਂ ਤੁਰੇ ਆ ਉੱਥੋਂ 90 ਗੱਡੀਆਂ ਸਾਡੇ ਨਾਲ, ਲਗਭਗ 50 ਬੱਸਾਂ ਉੱਥੋਂ ਕਾਫਲਾ ਤੁਰਿਆ ਸੀ। ਉਸ ਤੋਂ ਬਾਅਦ ਪੋਜੇਵਾਲ, ਉਸ ਤੋਂ ਬਾਅਦ ਗੜ੍ਹ ਸ਼ੰਕਰ ਤੋਂ ਨਵਾਂ ਸ਼ਹਿਰ ਤੋਂ ਫਿਰ ਬੰਗੇ ਤੋਂ ਫਗਵਾੜਾ, ਫਗਵਾੜੇ ਤੋਂ ਜਲੰਧਰ ਤੋਂ ਕਰਤਾਰਪੁਰ ਸਾਹਿਬ, ਫਿਰ ਸੁਭਾਨਪੁਰ, ਬਿਆਸ, ਉਸ ਤੋਂ ਬਾਅਦ ਅਜਨਾਲੇ ਆ ਕੇ ਜੰਡਿਆਲੇ ਬਹੁਤ ਵੱਡੀ ਪੱਧਰ ਤੇ ਜਿੰਨਾ ਉਤਸ਼ਾਹ ਅੱਜ ਮੈਂ ਸਮਝਦਾ ਗੁਰੂ ਪੰਥ ਨੇ, ਗੁਰੂ ਖਾਲਸੇ ਨੇ ਦਿਖਾ ਲਿਆ।
ਇਹਦੇ ਨਾਲ ਸਾਡੇ ਹੌਸਲੇ ਹੋਰ ਬੁਲੰਦ ਹੋਏ ਆ। ਔਰ ਮੈਂ ਸੈਂਟਰ ਸਰਕਾਰ ਨੂੰ ਵੀ ਇਹ ਮੰਗ ਕਰਦਾ ਤੇ ਤਾੜਨਾ ਵੀ ਕਰਦਾ ਕਿ ਅੱਜ ਲੋਕਾਂ ਨੇ ਸੜਕਾਂ ਤੇ ਆ ਕੇ ਇਸ ਗੱਲ ਦਾ ਵਿਦਰੋਹ ਜਿਹੜਾ ਆ ਉਹ ਦਰਜ ਕਰਵਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 1925 ਦਾ ਐਕਟ ਤੋੜਨ ਨੂੰ ਜਿਹੜੇ ਵੀ ਯਤਨ ਕਰਨਗੇ ਸਿੱਖਾਂ ਨੇ ਕਦੇ ਮਨਜ਼ੂਰ ਨਹੀਂ ਕਰਨਾ। ਅੱਜ ਦੋਨੋਂ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਫੈਸਲਾ ਕੀਤਾ ਸੀ ਹਾਊਸ ਨੇ, ਉਹਦੀ ਸਪੋਰਟ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਸਿੱਖ ਸੰਗਤ ਦੋਨੋਂ ਮਾਰਚਾਂ ਵਿੱਚ ਹਿੱਸਾ ਲਿੱਤਾ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸੜਕਾਂ ਤੇ ਆਈ। ਇਸ ਮਾਰਚ ਵਿੱਚ ਹਿੱਸਾ ਲੈ ਕੇ ਦਰਬਾਰ ਸਾਹਿਬ ਪਹੁੰਚੇ ਹਨ। ਸਿੱਖ ਕੌਮ ਦੇ ਉੱਤੇ ਹਮਲਾ 3 ਪਾਰਟੀਆਂ ਨੇ ਕੀਤਾ ਹੈ। ਕਾਂਗਰਸ ਨੇ ਸ਼ੁਰੂ ਕੀਤਾ, ਉਹਦੇ ਬਾਅਦ ਆਮ ਆਦਮੀ ਪਾਰਟੀ ਦੇ ਵਕੀਲਾਂ ਨੇ ਉੱਥੇ ਪੇਸ਼ ਹੋ ਕੇ ਐਸਜੀਪੀਸੀ ਨੂੰ ਤੋੜਨ ਦੀ ਗੱਲ ਕੀਤੀ ਤੇ ਬੀਜੇਪੀ ਨੇ ਤੋੜਾਇਆ ਗਿਆ। ਸੋ ਤਿੰਨੇ ਪਾਰਟੀਆਂ ਦਾ ਮਕਸਦ ਸਿੱਖ ਪੰਥ ਨੂੰ ਕਮਜ਼ੋਰ ਕਰਨਾ ਹੈ। ਮੈਂ ਸਮੁੱਚੇ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਜਦੋਂ ਵੀ ਹਮਲੇ ਹੁੰਦੇ ਪੰਥ ਇਕੱਠਾ ਹੋ ਜਾਂਦਾ ਹੈ, ਪਰ ਅਫਸੋਸ ਇਸ ਟਾਈਮ ਕਈ ਆਪਣੇ ਕੌਮ ਵਿੱਚ ਗੱਦਾਰ ਪੈਦਾ ਹੋਏ ਹੈ, ਜਿਹੜੀ ਉਹ ਤਾਕਤਾਂ ਨਾਲ ਰਲ ਗਏ ਹੈ ਜਿਹੜੀਆਂ ਤਾਕਤਾਂ ਸਿੱਖ ਕੌਮ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ। ਤੋ ਇਸ ਕਰਕੇ ਮੈਂ ਸਮੁੱਚੀ ਕੌਮ ਨੂੰ ਬੇਨਤੀ ਕਰਦਾ ਕਿ ਆਓ ਇਕੱਠੇ ਹੋਈਏ। ਆ ਨਿਸ਼ਾਨਾ ਤੁਹਾਨੂੰ ਕਮਜ਼ੋਰ ਕਰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਚ ਬਣਾਈ ਗਈ ਸੀ ਐਕਟ, ਆਪਣੇ ਬਜ਼ੁਰਗਾਂ ਨੇ ਬਣਾਇਆ ਸੀ। ਉਹ ਇੱਕ ਆਪਣੀ ਤਾਕਤ ਸੀ। ਕੌਮ ਦਾ ਪਾਰਲੀਮੈਂਟ ਕਿਹਾ ਜਾਂਦਾ ਸੀ ਐਸਜੀਪੀਸੀ ਨੂੰ। ਦੁਨੀਆ ਜਿੱਥੇ ਵੀ ਆਪਣੇ ਸਿੱਖ ਭੈਣ ਭਰਾ ਬੈਠੇ ਹੈ ਉਹਨਾਂ ਨੂੰ ਪਤਾ ਹੈ ਕਿ ਕੋਈ ਮੁਸ਼ਕਲ ਹੋਏ ਸਾਡਾ ਇੱਕ ਧੁਰਾ ਹੈ, ਸਾਡੀ ਇੱਕ ਆਪਣਾ ਪਾਰਲੀਮੈਂਟ ਹੈ ਜਿਹਦੀ ਐਡੀ ਤਾਕਤ ਸੀ ਕਿ ਕੋਈ ਹਿੰਮਤ ਨਹੀਂ ਕਰਦਾ ਸੀ ਸਿੱਖ ਕੌਮ ਦੇ ਉੱਤੇ ਕੋਈ ਹਮਲਾ ਕਰਦੇ। ਪਰ ਅਫਸੋਸ ਅੱਜ ਨੈਸ਼ਨਲ ਪਾਰਟੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਐਡਾ ਮਾੜਾ ਕਦਮ ਚੁੱਕਿਆ ਕਿ ਆਪਣੀ ਸ਼੍ਰੋਮਣੀ ਗੁਰਦੁਆਰਾ ਨੂੰ ਤੋੜਿਆ। ਉਸ ਵਿਰੋਧ ਵਿੱਚ ਅੱਜ ਸਮੁੱਚੇ ਪੰਥ ਨੇ ਅੱਜ ਮਾਰਚ ਕੀਤਾ। ਜਿੱਥੇ ਅੱਜ ਦੇ ਸਮੇਂ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਧੱਸਦੇ ਜਾ ਰਹੇ ਹਨ, ਉੱਥੇ ਕੁਝ ਨੌਜਵਾਨ ਅਜਿਹੇ ਵੀ ਹਨ ਜੋ ਬਾਕੀ ਨੌਜਵਾਨਾਂ ਨੂੰ ਇੱਕ ਚੰਗਾ ਸੰਦੇਸ਼ ਦਿੰਦੇ ਹਨ। ਅੱਜ ਬਟਾਲਾ ਦੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਤੋਂ ਇਸ ਨੌਜਵਾਨ ਵੱਲੋਂ ਇੱਕ ਪਹਿਲ ਕਦਮੀ ਕੀਤੀ ਗਈ, ਜਿੱਥੇ ਇਸ ਨੌਜਵਾਨ ਵੱਲੋਂ ਆਪਣੇ ਕਾਰੋਬਾਰ ਵਿੱਚ ਵਾਧਾ ਹੋਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ 1000 ਸੁਖਮਨੀ ਸਾਹਿਬ ਦੇ ਪਾਠਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਹਰ ਹਫ਼ਤੇ ਜ਼ਿਲ੍ਹਾ ਗੁਰਦਾਸਪੁਰ ਦੇ ਹਰ ਪਿੰਡ ਵਿੱਚ ਪਹੁੰਚ ਕੇ ਆਪਣੇ ਲੜੀਵਾਰ 1000 ਸੁਖਮਨੀ ਸਾਹਿਬ ਦੇ ਪਾਠ ਪੂਰੇ ਕੀਤੇ ਜਾਣਗੇ। ਬੀਰ ਇਮੀਗ੍ਰੇਸ਼ਨ ਨੇ ਅੱਜ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਸਿੱਖੀ ਦੇ ਵਿੱਚ ਕਿ 1000 ਪਿੰਡ ਦੇ ਵਿੱਚ 1000 ਸੁਖਮਨੀ ਸਾਹਿਬ ਦਾ ਪਾਠ। ਸੋ ਜਿੱਥੇ ਸਾਡੇ ਪੰਜਾਬ ਦੇ ਵਿੱਚ ਅਨੇਕਾਂ ਇਮੀਗ੍ਰੇਸ਼ਨਾਂ ਨੇ ਜਿਹੜੀਆਂ ਸਮੇਂ-ਸਮੇਂ ਤੇ ਹੀ ਲੋਕਾਂ ਦੇ ਨਾਲ ਫਰਾਡ ਕਰਦੀਆਂ ਨਜ਼ਰ ਆਉਂਦੀਆਂ ਨੇ, ਧੋਖਾਧੜੀ ਨਜ਼ਰ ਕਰਦੇ ਹੁੰਦੇ ਨੇ। ਸਾਡੇ ਲੁਧਿਆਣੇ ਦੇ ਵਿੱਚ ਵੀ ਕੋਈ ਫਲਾਣੀ ਸ਼ਿਵ ਸੈਨਾ ਸੀ ਜਿੰਨੇ ਮੁੱਦਾ ਚੁੱਕਿਆ ਸੀ ਤੇ ਉਹਨਾਂ ਨੂੰ ਦੇਖੋ। ਪਰ ਇੱਕ ਬੀਰ ਇਮੀਗ੍ਰੇਸ਼ਨ ਇਹੋ ਜਿਹੀ ਕੰਪਨੀ ਹੈਗੀ ਆ ਕਿ ਜਿਹੜੀ ਕਮ ਸੇ ਕਮ ਮਾਝੇ ਦੇ ਵਿੱਚ ਪਹਿਲ ਕਦਮੀ ਕਰ ਰਹੀ ਹੈ ਸਿੱਖੀ ਦੀ। ਅੱਜ ਅਸੀਂ ਲੁਧਿਆਣੇ ਤੋਂ ਚੱਲ ਕੇ ਇੱਥੇ ਆਏ ਹਾਂ ਤਾਂ ਉਹਦਾ ਕਾਰਨ ਕਿ ਅਸੀਂ ਬੀਰ ਇਮੀਗ੍ਰੇਸ਼ਨ ਕਰਕੇ ਨਹੀਂ, ਇਹ ਵੀਰ ਦੀ ਸੋਚ ਕਰਕੇ ਆਏ ਹਾਂ। ਸਮੇਂ-ਸਮੇਂ ਤੇ ਧਾਰਮਿਕ ਉਪਰਾਲੇ ਕਰਦਾ ਰਹਿੰਦਾ ਵਾ। ਜਿਹੜਾ ਬੱਚਾ ਜਪਜੀ ਸਾਹਿਬ ਚੌਪਈ ਸਾਹਿਬ ਦਾ ਪਾਠ ਸੁਣਾਏਗਾ ਉਹਨੂੰ ਫ੍ਰੀ ਆਇਲਟਸ। ਕਿਆ ਬਾਤ ਯਾਰ। ਔਰ ਵੱਡੇ ਧਾਰਮਿਕ ਆਗੂਆਂ ਨੂੰ ਮਾਤ ਪਾ ਦਿੱਤੀ ਹੈ। ਔਰ ਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪ੍ਰਮਾਤਮਾ ਇਸੇ ਤਰ੍ਹਾਂ ਹੀ ਬੀਰ ਇਮੀਗ੍ਰੇਸ਼ਨ ਕੋਲ ਇਹ ਸੇਵਾਵਾਂ ਲੈਂਦਾ ਰਹੇ। ਕਿਤੇ ਨਾ ਕਿਤੇ ਬੀਰ ਇਮੀਗ੍ਰੇਸ਼ਨ ਇੱਕ ਵਧੀਆ ਪਲੇਟਫਾਰਮ ਸਾਡੇ ਭੈਣ ਭਰਾਵਾਂ ਵਾਸਤੇ ਲੈ ਰਿਹਾ। ਸਿੱਖੀ ਦਾ ਗੜ੍ਹ ਕਿਹਾ ਜਾਂਦਾ ਮਾਝੇ ਨੂੰ, ਪਰ ਅੱਜ ਚਿੱਟੀ ਸਿਉਂਕ ਦੀ ਚਾਦਰ ਜਿਹੜੀ ਪੂਰੇ ਮਾਝੇ 'ਚ ਫੈਲਦੀ ਜਾ ਰਹੀ ਆ, ਉੱਥੇ ਉਹ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸਿੱਖੀ ਦੇ ਖੇਤਰ ਦੇ ਵਿੱਚ ਇੱਕ ਅਹਿਮ ਯੋਗਦਾਨ ਪਾ ਰਿਹਾ ਬੀਰ ਇਮੀਗ੍ਰੇਸ਼ਨ। ਸੋ ਭੈਣ ਭਰਾਵਾਂ ਨੂੰ, ਯੂਥ ਨੂੰ ਬੇਨਤੀ ਹੈ ਕਿ ਮੇਰੇ ਵੀਰ, ਜਿੱਥੇ ਤੁਸੀਂ ਲੱਖਾਂ ਰੁਪਈਆ ਆਪਣਾ ਵੇਸਟ ਕਰਦੇ ਹੋ ਉੱਥੇ ਕਿਤੇ ਨਾ ਕਿਤੇ ਗੁੰਮਰਾਹ ਵੀ ਹੁੰਦੇ ਹੋ। ਕਿਰਪਾ ਕਰਕੇ ਬੀਰ ਇਮੀਗ੍ਰੇਸ਼ਨ ਦੇ ਨਾਲ ਜੁੜੋ। ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫੋਰਮੇਸ਼ਨ ਟੈਕਨੋਲੋਜੀ MIMT ਕਾਲਜ ਵਿੱਚ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀਆਂ ਕਲਾ ਦੇ ਜੌਹਰ ਦਿਖਾਏ। ਦੇਰ ਸ਼ਾਮ ਤੱਕ ਚੱਲੇ ਇਸ ਸਮਾਗਮ ਵਿੱਚ ਜਿਨ੍ਹਾਂ ਨੂੰ ਇਨਾਮ ਵੰਡਣ ਲਈ ਪੰਜਾਬ ਦੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵਿਸ਼ੇਸ਼ ਤੌਰ ਤੇ ਪੁੱਜੀ, ਜਿਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਪੜ੍ਹਾਈ ਦੇ ਨਾਲ ਅਲੱਗ-ਅਲੱਗ ਗਤੀਵਿਧੀਆਂ ਦਾ ਹੋਣਾ ਵੀ ਜ਼ਰੂਰੀ ਹੈ। ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਯਤਨਸ਼ੀਲ ਹੈ। ਸਭ ਤੋਂ ਪਹਿਲਾਂ ਤਾਂ ਇਸ ਸੰਸਥਾ ਨੂੰ ਜਿਹੜੀ ਗ੍ਰਾਂਟ ਨਹੀਂ ਸੀ ਮਿਲ ਰਹੀ, ਬਹੁਤ ਦੇਰ ਤੋਂ ਪ੍ਰੋਫੈਸਰਾਂ ਦੀ ਤਨਖਾਹ ਰੁਕੀ ਹੋਈ ਸੀ, ਤਾਂ ਆਮ ਆਦਮੀ ਪਾਰਟੀ ਨੇ ਆਉਂਦੇ ਇਸ ਗੱਲ ਵੱਲ ਧਿਆਨ ਦਿੱਤਾ ਤੇ ਟੀਚਰਾਂ ਦੀ ਜਿਹੜੀ ਰੁਕੀ ਹੋਈ ਤਨਖਾਹ ਲਈ ਅਸੀਂ 10 ਕਰੋੜ ਦੀ ਗ੍ਰਾਂਟ ਵੀ ਲੈ ਕੇ ਆਏ ਹਾਂ ਕਾਲਜ ਲਈ।
ਤੇ ਉਸ ਤੋਂ ਬਾਅਦ ਜਿਹੜੀਆਂ ਇੱਥੇ BCA ਦੀਆਂ ਸੀਟਾਂ ਉਹਨਾਂ ਵਿੱਚ ਵੀ ਵਾਧਾ ਕੀਤਾ ਗਿਆ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਇੱਥੋਂ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਦੇ ਇੱਕ ਦੇ ਨਹੀਂ ਬਲਕਿ 4-4 ਕੰਪਨੀਆਂ ਦੇ ਵਿੱਚ ਪਲੇਸਮੈਂਟ ਹੋਈ ਹੈ। ਸੋ ਇਹ ਇਲਾਕੇ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸੰਸਥਾ ਜਿਹੜੀ ਹੈ ਕੁਛ ਹੀ ਮਹੀਨਿਆਂ ਦੇ ਵਿੱਚ ਬਹੁਤ ਅੱਛੀ ਤਰੱਕੀ ਕਰ ਗਈ। ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਯੂਥ ਆਗੂ ਤੁਸ਼ਾਰ ਬੱਟੀ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਬੀਤੀ ਰਾਤ ਜਲਾਲਾਬਾਦ ਤੋਂ ਆਪਣੇ ਪਿੰਡ ਲਮੋਚੜ ਕਲਾਂ ਜਾ ਰਹੇ ਸਨ। ਤੁਸ਼ਾਰ ਦੀ ਕਾਰ ਇੱਕ ਖਾਲੀ ਟਰਾਲੀ ਦੇ ਨਾਲ ਪਿੰਡ ਧਰਮੂਵਾਲਾ ਦੇ ਨਜ਼ਦੀਕ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ਤੇ ਹੀ ਤੁਸ਼ਾਰ ਦੀ ਮੌਤ ਹੋ ਗਈ। ਜਲਾਲਾਬਾਦ ਦੇ ਪਿੰਡ ਕੱਚਾ ਕਾਲੇਵਾਲਾ, ਜਿੱਥੇ ਬੀਤੇ 25 ਸਾਲਾਂ ਤੋਂ ਨਹੀਂ ਹੋਏ ਇਲੈਕਸ਼ਨ, ਸਰਬਸੰਮਤੀ ਨਾਲ ਚੁਣਿਆ ਜਾਂਦਾ ਸਰਪੰਚ, ਨਾ ਹੀ ਪਿੰਡ ਦੇ ਵਿੱਚ ਕੋਈ ਪੋਲੀਟੀਕਲ ਪਾਰਟੀ ਦੀ ਧੜੇਬੰਦੀ ਅਤੇ ਨਾ ਹੀ ਇਸ ਪਿੰਡ ਵਿੱਚ ਦਰਜ ਹੋਈ ਕੋਈ FIR। ਪਰ ਹੁਣ ਇਸ ਪਿੰਡ ਦੇ ਵਿੱਚ ਪੰਚਾਇਤ ਅਤੇ ਸਰਪੰਚ ਇੱਕ ਦੂਜੇ ਦੇ ਸਾਹਮਣੇ ਆ ਗਏ ਹਨ। ਪੰਚਾਇਤਾਂ ਦੇ ਆਰੋਪ ਹਨ ਕਿ ਪਿੰਡ ਦੇ ਵਿੱਚ ਲਗਭਗ 82 ਲੱਖ ਦੀ ਲਾਗਤ ਨਾਲ ਪੈਣ ਵਾਲੀ ਨਹਿਰੀ ਪਾਣੀ ਦੀ ਪਾਈਪਲਾਈਨ ਸਰਪੰਚ ਵੱਲੋਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੇ ਚਹੇਤਿਆਂ ਦੇ ਖੇਤਾਂ ਵਿੱਚ ਪਾਈ ਜਾ ਰਹੀ ਹੈ। ਇੰਨਾ ਹੀ ਨਹੀਂ, ਪਿੰਡ ਦਾ ਸਟੇਡੀਅਮ, ਪਿੰਡ ਦਾ ਛੱਪੜ, ਪਿੰਡ ਦਾ ਸਕੂਲ, ਪੰਚਾਇਤੀ ਜ਼ਮੀਨ ਹਰ ਇੱਕ ਹਿੱਸੇ ਵਿੱਚ ਘਪਲੇ ਹੋਣ ਦੀ ਜਾਣਕਾਰੀ RTA ਰਾਹੀਂ ਪਿੰਡ ਵਾਸੀਆਂ ਨੇ ਇਕੱਠੀ ਕੀਤੀ। ਜਦੋਂ ਇਸ ਸਬੰਧ ਵਿੱਚ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਉੱਪਰ ਸਾਰੇ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਉਹ ਆਪਣੀ ਜੇਬ ਦੇ ਵਿੱਚ ਪੈਸਾ ਖਰਚ ਕੇ ਵੀ ਕੰਮ ਕਰਵਾਉਂਦੇ ਰਹਿੰਦੇ ਹਨ। ਮਸਲਾ ਇਹ ਪੰਚਾਇਤ ਦੇ ਜਿਹੜੇ ਸਾਡੇ ਕੰਮ ਇਹਦੇ ਵਿੱਚ ਬਹੁਤ ਘਪਲੇ ਹੋਏ ਆ। RTA ਦੀ ਅਸੀਂ ਜਾਣਕਾਰੀ ਲਈ ਹੈ। ਸਾਡੇ ਸਟੇਡੀਅਮ ਦਾ 4.5 ਲੱਖ ਰੁਪਈਆ ਆਇਆ, ਉਹਦੇ ਉੱਤੇ 1 ਰੁਪਈਆ ਨਹੀਂ ਲੱਗਿਆ। ਤੁਸੀਂ ਵੇਖ ਲਿਆ ਫੋਟੋਆਂ ਦੇ ਵਿੱਚ, ਉੱਥੇ ਸਾਰੀਆਂ ਇੱਟਾਂ ਸਿੱਟੀਆਂ ਪਈਆਂ, ਕੋਈ ਕੰਮ ਨਹੀਂ ਹੋਇਆ। ਸਰਪੰਚ ਨੇ ਲੇਬਰ ਦੇ ਪੈਸੇ ਵੀ ਕਢਾ ਲਏ ਆ ਅਤੇ ਜਿਹੜੇ ਜਿੰਨਾ ਵੀ ਮਟੀਰੀਅਲ ਲੱਗਣੇ 4.5 ਲੱਖ ਸਾਰਾ ਪੈਸੇ ਲੈ ਲਏ ਆ। ਉਸ ਤੋਂ ਬਾਅਦ ਸਾਡੇ ਛੱਪੜ ਦਾ ਉਹਦੇ 'ਤੇ ਨਜਾਇਜ਼ ਕਬਜ਼ਾ ਕਰਾ ਕੇ ਮੱਛੀ ਛਡਾਤੀ ਹੈ। 1.5-2 ਲੱਖ ਰੁਪਈਏ ਦਾ ਪਿੰਡ ਨੂੰ ਨੁਕਸਾਨ ਹੋਇਆ। ਜਿਹੜੀ ਉਹਦੀ 4 ਦੀਵਾਰੀ ਹੋਈ ਉਹ ਪੁਰਾਣੀ ਇੱਟਾਂ ਦੀ ਹੋਈ ਹੈ, ਉਹਦੇ ਬਿੱਲ ਪਾਏ ਗਏ ਗੈਰ ਕਾਨੂੰਨੀ ਤਰੀਕੇ ਨਾਲ। ਸਕੂਲ ਦਾ ਸਾਡੇ ਸੀਗਾ ਬਿਲਡਿੰਗ ਦਾ ਨਵੇਂ ਆਇਆ ਸੀ ਪੈਸਾ 10 ਲੱਖ ਰੁਪਈਏ ਦੇ ਕਰੀਬ। ਉਹ ਜਿਹੜੀ ਪੁਰਾਣੀ ਇੱਟਾਂ ਸੀਗੀਆਂ, ਗਾਡਰ ਜੋ ਵੀ ਮਟੀਰੀਅਲ ਸੀ ਸਾਰਾ ਸਰਪੰਚ ਆਪਦੇ ਘਰੇ ਲੈ ਗਿਆ ਅਤੇ ਜਿਹੜੀਆਂ ਨਵਾਂ ਇੱਟਾਂ ਦੇ ਬਿੱਲ ਸਾਰੇ ਉਹਨੂੰ ਪਾ ਦਿੱਤੇ ਗਏ। ਪੁਰਾਣਾ ਜਿਹੜਾ ਸਾਰਾ ਗਬਨ ਕੀਤਾ, ਇਹਦੀ ਸਾਰੀ ਜਾਂਚ ਹੋਣੀ ਚਾਹੀਦੀ ਹੈ। ਪਾਈਪਲਾਈਨ ਦਾ ਗਬਨ ਹੋਇਆ ਜੀ ਤੁਹਾਡੇ ਸਾਹਮਣੇ ਅੱਜ ਜੋ ਤੁਹਾਨੂੰ ਤਸਵੀਰਾਂ ਦਿਖਾਈਆਂ ਹੈ। ਇਹ ਪਾਈਪਲਾਈਨ ਸਾਡੇ ਸਾਰੇ ਪਿੰਡ ਦੀ ਸੀਗੀ। ਇਹ ਸਰਪੰਚ ਸਾਹਿਬ ਨੇ ਜਿਹੜੀ ਲੀਗਲ ਪਾਈਪ ਸਹੀ ਥਾਂ ਨਕਸ਼ੇ 'ਤੇ ਜੋ ਪੈਣੀ ਸੀਗੀ ਉਹਨੂੰ ਚੱਕ ਕੇ ਗਲਤ ਥਾਂ 'ਤੇ ਪਾਤੀ, ਜਿਹਦੇ ਕਰਕੇ ਸਾਨੂੰ ਪਾਣੀ ਦੀ ਸਾਡਾ ਮੋਗਾ ਬੰਦ ਰਿਹਾ। ਪਾਈਪਲਾਈਨ ਕੰਪਲੀਟ ਨਹੀਂ ਹੋਈ। ਖਾਲਾ ਢਾਹ ਕੇ ਇੱਟਾਂ ਤੁਹਾਡੇ ਸਾਹਮਣੇ ਪਈਆਂ ਇਕੱਠੀਆਂ ਕਰਤੀਆਂ ਜੀ। ਪਾਣੀ ਸਾਨੂੰ ਮਿਲਿਆ ਨਹੀਂ। ਅਸੀਂ ਜ਼ਿਮੀਂਦਾਰ ਪਾਣੀ 'ਤੇ ਡਿਪੈਂਡਡ ਹੈ, ਫਸਲ ਸਾਡੀ ਪਾਣੀ 'ਤੇ ਡਿਪੈਂਡਡ ਹੈ। ਇਹਦੇ ਕਰਕੇ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ। ਅਤੇ ਉਹ ਪਾਈਪਲਾਈਨ ਜੋ ਮਹਿਕਮੇ ਕੋਲ ਅਸੀਂ ਜਾਂਦੇ ਹਾਂ, ਮਹਿਕਮਾ ਇਹ ਗੱਲ ਕਹਿ ਕੇ ਵਾਪਸ ਕਰ ਦਿੰਦਾ ਵੀ ਠੀਕ ਆ ਤੁਹਾਡਾ ਕਰਦੇ ਹਾਂ ਹੱਲ, ਹੋ ਜਾਊਗਾ, ਪਾਈਪਲਾਈਨ ਤੁਹਾਡੀ ਪੈ ਜੂਗੀ। ਬਟ ਹਜੇ ਤੱਕ ਕੁਛ ਨਹੀਂ ਹੋਇਆ। ਤੁਹਾਡੇ ਸਾਹਮਣੇ ਆ ਜੋ ਕੁਛ ਤੁਹਾਨੂੰ ਦਿਖਾ ਕੇ। ਕੋਈ ਆਮ ਇਜਲਾਸ ਨਹੀਂ ਹੋਇਆ ਇੱਥੇ। ਜਿੰਨੀਆਂ ਵੀ ਗਰਾਂਟਾਂ ਆਉਂਦੀਆਂ ਸਾਨੂੰ ਕੋਈ ਪਤਾ ਨਹੀਂ ਕਿੰਨੀ ਗਰਾਂਟ ਆਉਂਦੀ ਕਿੰਨੀ ਨਹੀਂ ਆਉਂਦੀ। ਅਸੀਂ ਆਪਦੇ ਪੁੱਤਾਂ ਨੂੰ ਬਣਾਇਆ ਸੀ, ਅਸੀਂ ਆਪਦੇ ਪੁੱਤ ਨੂੰ ਚੰਗਾ ਜਾਂ ਮਾੜਾ ਕਹਿੰਦੇ ਚੰਗਾ ਵੀ ਨਹੀਂ ਲੱਗਦੇ। ਅਸੀਂ ਹਾਰ ਕੇ ਜਿਹੜੇ ਸਾਡੇ 5 ਮੈਂਬਰ ਆ, 5 ਚੋਂ 2 ਮੈਂਬਰ ਇਹਦੇ ਨਾਲ ਆ, 3 ਮੈਂਬਰ ਸਾਡੇ ਨਾਲ ਆ। ਅਸੀਂ ਉੱਥੇ BDO ਸਾਹਿਬ ਕੋਲ ਗਏ ਸੀ ਵੀ ਸਾਨੂੰ ਪ੍ਰਬੰਧਕ ਚਾਹੀਦਾ ਹੈ। BDO ਸਾਹਿਬ ਨੇ ਆਖਿਆ ਤੁਹਾਡੇ ਸਾਹਮਣੇ ਬਹਿ ਕੇ ਤੁਹਾਡੀ ਮੀਟਿੰਗ ਹੋਊਗੀ। ਉੱਥੇ ਸਾਡੇ ਸਾਹਮਣੇ ਬਹਿ ਕੇ ਮੀਟਿੰਗ ਹੋਈ। BDO ਸਾਹਿਬ ਨੇ ਸਾਨੂੰ ਕਿਹਾ ਯਾਰ ਤੁਸੀਂ ਰਲ ਕੇ ਚੱਲ ਲਓ। ਅੱਗੇ ਇੰਨਾ ਚਿਰ ਚੱਲਦੇ ਰਹੇ ਆ। ਮੈਂ ਕਿਹਾ BDO ਸਾਹਿਬ ਜਿੰਨਾ ਚਿਰ ਚੱਲਦੇ ਰਹੇ ਹੁਣ ਚੱਲ ਨਹੀਂ ਚੱਲਦਾ ਸਾਨੂੰ ਪ੍ਰਬੰਧਕ ਦਿੱਤਾ ਜਾਵੇ। BDO ਸਾਹਿਬ ਕਹਿੰਦਾ 3 ਮੀਟਿੰਗਾਂ ਕਰਾਂਗੇ। 3 ਮੀਟਿੰਗ ਹੋ ਗਈਆਂ, ਹੁਣ ਸਾਨੂੰ ਪ੍ਰਬੰਧਕ ਨਹੀਂ ਦੇ ਰਹੇ BDO ਸਾਹਿਬ। ਅਸੀਂ ਕਈ ਵਾਰੀ ਗਏ ਆ, ਫਾਜ਼ਿਲਕਾ ਵੀ ਗਏ, ਇੱਥੇ ਵੀ ਗਏ ਆ। ਮੇਰੀ ਸਰਕਾਰ ਕੋਲ ਇਹ ਬੇਨਤੀ ਆ ਵੀ ਜਦੋਂ ਅਸੀਂ ਸਰਬਸੰਮਤੀ ਨਾਲ ਸਰਪੰਚ ਬਣਾ ਸਕਦੇ ਕੀ ਸਾਨੂੰ ਪ੍ਰਬੰਧਕ ਨਹੀਂ ਮਿਲ ਸਕਦਾ ਗਾ। ਉਹ ਜਿਹੜਾ ਅਸੀਂ ਉਹਦਾ ਸਭ ਤੋਂ ਪਹਿਲਾਂ ਤਾਂ 4 ਲੱਖ ਰੁਪਈਆ ਲਿਆਂਦਾ ਪਿੰਡ ਵਾਸਤੇ। ਉਹਦੀ ਜਿਹੜੀ ਸੀਵਰੇਜ ਪਾ ਕੇ ਸੇਮ ਨਾਲੀ 'ਚ ਕੱਢਿਆ, ਉਹਦਾ ਵਿਕਾਸ ਕੀਤਾ, ਜਿਹੜਾ ਉਹਦਾ ਪਾਣੀ ਨਿਕਾਸੀ ਕੀਤੀ, ਕਿਉਂਕਿ ਸਾਰੇ ਪਿੰਡ ਦਾ ਪਾਣੀ ਆਲਰੇਡੀ ਉੱਥੇ ਜਾਂਦਾ। ਜਦੋਂ ਪਾਣੀ ਜਾ ਕੇ ਖੜੂਗਾ ਤਾਂ ਬਦਬੂ ਤਾਂ ਆਊਗੀ। ਉਹਦਾ ਅਸੀਂ ਪਹਿਲਾਂ ਜਿਹੜਾ 4 ਲੱਖ ਦਾ ਪ੍ਰੋਜੈਕਟ ਲਿਆ ਕੇ ਉਹਦੀ ਪਾਈਪਲਾਈਨ ਪਾ ਕੇ ਸੇਮ ਨਾਲੀ 'ਚ ਕੱਢ ਕੇ ਜਿਹੜੀ ਉਹਦੀ ਨਿਕਾਸੀ ਕੀਤੀ ਉਹ ਅਸੀਂ ਇੱਕ ਆਲਰੇਡੀ ਹਜੇ ਉਹਦਾ ਨਾ ਤਾਂ ਕੋਈ ਟੈਂਡਰ ਹੋਇਆ ਹੈ ਕਿਸੇ ਨੂੰ, ਨਾ ਹੀ ਕੋਈ ਕਾਗਜ਼ੀ ਪੱਤਰੀ ਵਿਖਾ ਦੇਣ। ਜੇ ਹੋਇਆ ਤਾਂ ਜੇ ਰੋਪ ਲਾਉਣੇ ਆ, ਜੇ ਕੋਈ ਐਂਟੀ ਪਾਰਟੀ ਜਾਂ ਕੋਈ ਵੀ ਬੰਦਾ ਐਂਟੀ ਹੈ ਮੇਰੇ ਉਹ ਲਾਈ ਜਾਂਦਾ ਤਾਂ ਫਿਰ ਉਹਦਾ ਤਾਂ ਆਪਾਂ ਵੇਖੋ, ਆਪਾਂ ਤਾਂ ਕੰਮ ਦੇਖਣਾ ਹੈ। ਕੰਮ ਉੱਥੇ ਜਾ ਕੇ ਤੁਸੀਂ ਪੁੱਛੋ ਹੁਣ ਉਹਨਾਂ ਨੂੰ ਜਿਹੜੇ ਨੇੜੇ ਘਰ ਆ ਵੀ ਉੱਥੇ ਮੁਸ਼ਕ ਆਉਂਦਾ ਜਾਂ ਨਹੀਂ ਆਉਂਦਾ, ਜਾਂ ਅੱਗੇ ਨਾਲੋਂ ਸਾਫ਼ ਆ ਜਾਂ ਕੀ ਹੈ, ਉਹ ਤੁਹਾਨੂੰ ਆਪੇ ਦੱਸ ਦੇਣਗੇ। ਮੇਰੇ ਦੱਸਣ ਦੀ ਤਾਂ ਲੋੜ ਹੀ ਹੈ ਨਹੀਂ ਜੀ। ਅੱਜ ਚੰਡੀਗੜ੍ਹ ਦੇ ਗਾਂਧੀ ਸਮਾਰਕ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ 153ਵਾਂ ਜਯੰਤੀ ਅਤੇ ਭਾਰਤ ਰਤਨ ਪੂਰਵ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਦੀ 118ਵੀਂ ਜਯੰਤੀ ਸਥਾਨਕ ਸੈਕਟਰ 16 ਵਿੱਚ ਗਾਂਧੀ ਸਮਾਰਕ ਭਵਨ ਵਿੱਚ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਖਾਸ ਮੌਕੇ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ, ਜਿੱਥੇ ਉਹਨਾਂ ਨੇ ਤਸਵੀਰ ਸਾਹਮਣੇ ਦੀਪ ਮਾਲਾ ਕੀਤੀ ਗਈ। ਉਹਨਾਂ ਕਿਹਾ ਕਿ ਅੱਜ ਲੋੜ ਹੈ ਮਹਾਤਮਾ ਗਾਂਧੀ ਜੀ ਅਤੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦੇ ਦਿਖਾਏ ਮਾਰਗ ਤੇ ਚੱਲਣ ਦੀ। ਦੋਸਤੋ, ਇਹ ਸੁਣਾਈ ਦੀਆਂ ਖਬਰਾਂ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ। ਤਦ ਤੱਕ ਲਈ ਇਜਾਜ਼ਤ ਦਿਓ। ਰੱਬ ਰਾਖਾ।